कीमती है प्रभु, तेरा लहू बड़ा कीमती है, तेरा लहू बड़ा कीमती है प्रभु, तेरा लहू बड़ा कीमती है, क्योंकि उस लहू में जो ताकत है, जिससे हम पाते हैं छुटकारा, क्योंकि उस लहू में जो ताकत है, जिससे हम पाते हैं छुटकारा, तेरा लहू बड़ा कीमती है प्रभु, तेरा लहू बड़ा कीमती है, तेरा लहू बड़ा कीमती है प्रभु, तेरा लहू बड़ा कीमती है, तूने वो लहू बहाया है, सारी दुनिया को बचाया है, तूने वो लहू बहाया है, सारी दुनिया को बचाया है, तूने किसी से न कुछ मांगा, कभी तूने किसी से न कुछ चाहा, कभी तूने किसी से न कुछ मांगा, कभी तूने किसी से न कुछ चाहा, तेरा लहू बड़ा कीमती है प्रभु, तेरा लहू बड़ा कीमती है, तेरा लहू बड़ा कीमती है प्रभु, तेरा लहू बड़ा कीमती है। Oh, thank you, Lord. Thank you, Lord. तारीफ हो तेरी प्रभु जी, तेरी महिमा करते हैं, तेरी स्तुति करते हैं प्रभु। तेरा लहू कीमती है, तेरा लहू सामर्थी है, तेरे लहू में पावर है। धन्यवाद करते हैं मेरे प्रभु तेरे लहू के लिए, तेरी Jesus सामर्थ के लिए, जिसके द्वारा हमारा Hallelujah. छुटकारा हुआ मेरे प्रभु Amen. परमेश्वर। हमारा छुटकारा किसी नाशवान Jesus. वस्तु से नहीं मेरे प्रभु, बल्कि मसीह के अमोल्क लहू से हुआ। तेरा धन्यवाद, धन्यवाद मेरे प्रभु तेरी नजात के लिए, छुटकारे के लिए, रिहाई के लिए, Jesus. आज़ादी Thank you, के लिए Father. मेरे प्रभु जी। तेरा धन्यवाद मेरे यीशु। प्रभु जी, आराधना मेरे प्रभु परमेश्वर तुझे कबूल हो मेरे प्रभु जी, क्योंकि तू स्तुति आराधना पर विराजमान होने वाला परमेश्वर है। तेरा Jesus. धन्यवाद मेरे प्रभु जी, तेरा मेरे प्रभु सचमुच तेरा शुक्रिया अदा करते हैं कि तूने हमारी विनती को, आराधना को कबूल किया। इन जीसस नेम आमीन। ਹੈਲੋ ਪ੍ਰੇਜ਼ ਦ ਲਾਰਡ, ਸ਼ਾਲੋਮ, ਜੈ ਮਸੀਹ ਦੀ। ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਹੁਤਾਇਤ ਨਾਲ ਆਸ਼ੀਸ਼ ਦੇਵੇ। ਔਰ ਅਸੀਂ ਅੱਜ ਗੱਲ ਕਰਾਂਗੇ ਪਰਮੇਸ਼ਰ ਦੀਆਂ ਆਸ਼ੀਸ਼ਾਂ ਦੇ ਬਾਰੇ, ਜਿਹੜੀਆਂ ਆਸ਼ੀਸ਼ਾਂ ਨੂੰ ਪਾਉਣ ਦੇ ਲਈ ਅੱਜ ਲੋਕ ਭਟਕ ਰਹੇ ਨੇ, ਔਰ ਆਸ਼ੀਸ਼ਾਂ ਨਾ ਹੋਣ ਦੇ ਕਾਰਨ, ਔਰ ਪਰਮੇਸ਼ਰ ਦੇ ਵਚਨ ਦੇ ਗਿਆਨ ਦਾ ਨਾ ਹੋਣ ਦੇ ਕਾਰਨ ਅੱਜ ਲੋਕ ਨਾਸ਼ ਹੋ ਰਹੇ ਨੇ। ਔਰ ਅੱਜ ਆਸ਼ੀਸ਼ਾਂ ਪਾਉਣ ਲਈ ਲੋਕ ਦਰ ਬਦਰ ਭਟਕ ਰਹੇ ਨੇ। ਔਰ ਉਹ ਵਿਸ਼ਵਾਸੀ ਵੀ ਜਿਨ੍ਹਾਂ ਨੂੰ ਪਰਮੇਸ਼ਰ ਦੇ ਵਚਨ ਦੀ ਕੋਈ ਨੌਲੇਜ ਨਹੀਂ ਹੁੰਦੀ, ਉਹ ਵਿਸ਼ਵਾਸੀ ਦੂਜੇ ਵਿਸ਼ਵਾਸੀਆਂ ਨੂੰ ਪ੍ਰੇਰਿਤ ਕਰਦੇ ਨੇ ਕਿ ਆਓ ਤੁਹਾਨੂੰ ਉੱਥੇ ਲੈ ਚੱਲੀਏ, ਇੱਥੇ ਲੈ ਚੱਲੀਏ। ਔਰ ਆ ਕੁਝ ਸਮੱਗਰੀਆਂ ਖਰੀਦ ਕੇ ਲੈ ਕੇ ਆ ਰਹੇ ਨੇ, ਤੇਲ ਖਰੀਦ ਕੇ ਲੈ ਕੇ ਆ ਰਹੇ ਨੇ, ਕੁਝ ਰੁਮਾਲ ਖਰੀਦ ਕੇ ਲੈ ਕੇ ਆ ਰਹੇ ਨੇ, ਔਰ ਕੁਝ ਹੋਰ ਚੀਜ਼ਾਂ ਨੂੰ ਉਹ ਸੋਚਦੇ ਨੇ ਕਿ ਸ਼ਾਇਦ ਇਸ ਤਰ੍ਹਾਂ ਸਾਡੇ ਘਰ ਦੇ ਵਿੱਚ ਆਸ਼ੀਸ਼ ਆ ਜਾਏਗੀ। ਮੇਰੇ ਪਿਆਰੇ ਭੈਣੋ ਭਰਾਵੋ, ਅਗਰ ਤੁਸੀਂ ਅੱਜ ਦੇ ਵਚਨ ਨੂੰ ਧਿਆਨ ਨਾਲ ਸੁਣੋਗੇ, ਕਿਉਂਕਿ ਅੱਜ ਦਾ ਮੇਰਾ ਵਚਨ ਤੁਹਾਡੇ ਲਈ ਹੈ, ਉਹਨਾਂ ਲਈ ਹੈ ਜਿਹੜੇ ਲੋਕ ਆਸ਼ੀਸ਼ਾਂ ਪਾਉਣਾ ਚਾਹੁੰਦੇ ਨੇ ਔਰ ਬਰਕਤ ਪਾਉਣਾ ਚਾਹੁੰਦੇ ਨੇ, ਜਿਨ੍ਹਾਂ ਨੂੰ ਪਰਮੇਸ਼ਰ ਦੇ ਵਚਨ ਦਾ ਪਤਾ ਨਹੀਂ ਹੈ, ਔਰ ਉਹ ਬਰਕਤ ਪਾਉਣ ਦੇ ਲਈ ਉਹ ਬਹੁਤ ਜਗ੍ਹਾ ਭਟਕਦੇ ਨੇ, ਘੁੰਮਦੇ ਨੇ, ਪਰ ਉਹਨਾਂ ਨੂੰ ਬਰਕਤ ਨਹੀਂ ਮਿਲਦੀ। ਔਰ ਬਹੁਤ ਸਾਰੇ ਲੋਕ ਨੇ
ਜਿਹੜੇ ਉਹਨਾਂ ਨੂੰ ਗੁੰਮਰਾਹ ਕਰ ਦਿੰਦੇ ਨੇ। ਕੁਝ ਲੋਕ ਇਹੋ ਜਿਹੇ ਹੁੰਦੇ ਨੇ ਕਿ ਤੁਸੀਂ ਇੱਥੇ ਆਓ ਤੁਹਾਨੂੰ ਆਸ਼ੀਸ਼ ਮਿਲੇਗੀ, ਉੱਥੇ ਆਓ ਤੁਹਾਨੂੰ ਆਸ਼ੀਸ਼ ਮਿਲੇਗੀ। ਆਸ਼ੀਸ਼ ਕੌਣ ਦਿੰਦਾ ਹੈ, ਕਿਸ ਨੂੰ ਮਿਲਦੀ ਹੈ, ਅੱਜ ਅਸੀਂ ਇਸ ਵਿਸ਼ੇ ਤੇ ਗੱਲ ਕਰਾਂਗੇ। ਔਰ ਪਰਮੇਸ਼ਰ ਦਾ ਵਚਨ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ। ਔਰ ਮੇਰੇ ਨਾਲ ਨੇ ਪ੍ਰਭੂ ਦੀ ਦਾਸੀ ਔਰ ਸੰਦੀਪ। ਔਰ ਮੈਂ ਧੰਨਵਾਦ ਕਰਦਾ ਕਿ ਅੱਜ ਅਸੀਂ ਪਰਮੇਸ਼ਰ ਦੇ ਵਚਨਾਂ ਦੇ ਵਿੱਚੋਂ ਜਦੋਂ ਤੁਹਾਡੇ ਨਾਲ ਗੱਲ ਕਰਾਂਗੇ ਤੁਸੀਂ ਗੌਰ ਕਰਨਾ ਔਰ ਤੁਸੀਂ ਵੇਖੋਗੇ ਕਿ ਪਰਮੇਸ਼ਰ ਤੁਹਾਨੂੰ ਆਸ਼ੀਸ਼ ਕਿਵੇਂ ਦਿੰਦਾ ਹੈ ਔਰ ਅਸੀਂ ਕਿਵੇਂ ਆਸ਼ੀਸ਼ਾਂ ਪਾ ਸਕਦੇ ਹਾਂ ਔਰ ਕੀ ਅਸੀਂ ਪਾ ਰਹੇ ਹਾਂ ਜਾਂ ਪਾਵਾਂਗੇ ਜਾਂ ਪਾ ਚੁੱਕੇ ਹਾਂ। ਹਾਲੇਲੂਇਆ। ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਜਾਣਨ ਦੀ ਜ਼ਰੂਰਤ ਹੈ ਔਰ ਇਸ ਗੱਲ ਦੇ ਕਰਕੇ ਕਿਉਂਕਿ ਬਹੁਤ ਲੋਕਾਂ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੈ, ਗਿਆਨ ਨਹੀਂ ਹੈ, ਸਮਝ ਨਹੀਂ ਹੈ, ਇਸ ਲਈ ਉਹਨਾਂ ਨੂੰ ਬਹੁਤ ਸਾਰੇ ਲੋਕ ਜਿਹੜੇ ਅਸੀਂ ਉਹਨਾਂ ਨੂੰ ਕਹਿ ਸਕਦੇ ਜਿਹੜੇ ਭੇਡਾਂ ਦੇ ਰੂਪ ਵਿੱਚ ਭੇੜੀਏ ਨੇ, ਉਹ ਲੋਕ ਉਹਨਾਂ ਨੂੰ ਖਰਾਬ ਕਰ ਰਹੇ ਨੇ ਔਰ ਉਹ ਉਹਨਾਂ ਨੂੰ ਲੁੱਟ ਰਹੇ ਨੇ। ਮੇਰੇ ਪਿਆਰੇ ਭੈਣੋ ਭਰਾਵੋ, ਅੱਜ ਦੇ ਸਮੇਂ ਵਿੱਚ ਤੁਹਾਨੂੰ ਪਰਮੇਸ਼ਰ ਦੇ ਵਚਨ ਤੇ ਵਿਸ਼ਵਾਸ ਲਿਆਉਣ ਦੀ ਜ਼ਰੂਰਤ ਹੈ। ਜਿਵੇਂ ਪਹਿਲਾਂ ਤੁਹਾਨੂੰ ਮੈਂ ਪਿਛਲੇ ਐਪੀਸੋਡ ਦੇ ਵਿੱਚ ਦੱਸਿਆ ਹੈ, ਤੁਹਾਡੇ ਕੋਲ ਇਸ ਵਕਤ ਤੁਸੀਂ ਬਾਕੀ ਦੀਆਂ ਵੀਡੀਓ ਜਿਹੜੀਆਂ ਤੁਹਾਡੇ ਕੋਲ ਹਨ, ਤੁਸੀਂ ਉਹਨਾਂ ਵੀਡੀਓਜ਼ ਨੂੰ ਵੀ ਦੇਖੋ ਬਾਅਦ ਦੇ ਵਿੱਚ, ਤਾਂ ਕਿ ਤੁਸੀਂ ਸਿੱਖ ਸਕੋ, ਸਮਝ ਸਕੋ ਪਰਮੇਸ਼ਰ ਦੇ ਵਚਨ ਨੂੰ। ਔਰ ਅਸੀਂ ਲਗਾਤਾਰ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸਹੀ ਤਾਲੀਮ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਔਰ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਕਿ ਪਰਮੇਸ਼ਰ ਆਪਣੇ ਵਚਨ ਦੇ ਪ੍ਰਕਾਸ਼ ਦੇ ਦੁਆਰਾ ਸਾਨੂੰ ਪ੍ਰਕਾਸ਼ਿਤ ਕਰਦਾ ਹੈ ਔਰ ਉਹਦੇ ਵਚਨ ਦੇ ਵਿੱਚ ਪ੍ਰਕਾਸ਼ ਹੈ। ਆਓ ਅਸੀਂ ਅੱਜ ਦੇ ਵਚਨ ਨੂੰ ਸੁਣੀਏ ਔਰ ਮੈਂ ਸ਼ੁਰੂ ਕਰਾਂਗਾ ਪਰਮੇਸ਼ਰ ਦੇ ਵਚਨ ਨੂੰ। ਅਸੀਂ ਉਤਪਤ ਦੀ ਕਿਤਾਬ ਦੇ ਵਿੱਚ ਆਵਾਂਗੇ। ਉਤਪਤ ਦੀ ਕਿਤਾਬ ਉਸ ਦਾ 24 ਅਧਿਆਇ ਤੇ ਉਸ ਦਾ 1 ਵਚਨ। ਪਲੀਜ਼ ਸਾਰੇ ਇਸ ਨੂੰ ਸੁਣੀਏ। ਹੁਣ ਅਬਰਾਹਮ ਬਹੁਤ ਵਿਰਧ ਅਤੇ ਵੱਡੀ ਉਮਰ ਦਾ ਹੋ ਗਿਆ ਸੀ ਔਰ ਯਹੋਵਾ ਨੇ ਸਾਰੀਆਂ ਗੱਲਾਂ ਵਿੱਚ ਇਬਰਾਹਿਮ ਨੂੰ ਬਰਕਤ ਦਿੱਤੀ। ਹਾਲੇਲੂਇਆ। ਪ੍ਰਭੂ ਦੀ ਮਹਿਮਾ ਹੋਵੇ। ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈ ਕਿ ਇਬਰਾਹਿਮ ਬਹੁਤ ਬਜ਼ੁਰਗ ਹੋ ਚੁੱਕਾ ਸੀ। ਇਬਰਾਹਿਮ ਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ, ਜਿਨੇ ਜਾਣੇ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਪੜ੍ਹਦੇ ਹੋ। ਔਰ ਅਗਰ ਨਹੀਂ ਵੀ ਪਤਾ ਹੈ ਤਾਂ ਇੱਕ ਵਾਰ ਫੇਰ ਦੱਸ ਦੇਣਾ ਚਾਹੁੰਦਾ, ਇਬਰਾਹਿਮ ਉਹ ਹੈ ਜੋ ਨਿਹਚਾਵਾਨਾਂ ਦਾ ਪਿਤਾ ਕਹਿਲਾਂਦਾ ਹੈ, ਜਿਸ ਨੇ ਵਿਸ਼ਵਾਸ ਕੀਤਾ ਔਰ ਉਸ ਦਾ ਵਿਸ਼ਵਾਸ ਹੀ ਉਸ ਲਈ ਧਾਰਮਿਕਤਾ ਗਿਣਿਆ ਗਿਆ। ਔਰ ਤੁਸੀਂ ਅਗਰ ਪਰਮੇਸ਼ਰ ਤੇ ਵਿਸ਼ਵਾਸ ਕਰਦੇ ਹੋ ਤਾਂ ਸਾਡੇ ਲਈ ਇੱਕ ਬਹੁਤ ਵੱਡੀ ਉਦਾਹਰਣ ਹੈ ਇਬਰਾਹਿਮ। ਇਬਰਾਹਿਮ ਜਦੋਂ ਬਜ਼ੁਰਗ ਹੋ ਗਿਆ ਤਾਂ ਬਾਈਬਲ ਸਾਨੂੰ ਇਹ ਦੱਸਦੀ ਹੈ ਕਿ ਪਰਮੇਸ਼ਰ ਨੇ ਉਹਨੂੰ ਸਾਰੀਆਂ ਚੀਜ਼ਾਂ ਵਿੱਚ ਕੀ ਦਿੱਤਾ? ਆਸ਼ੀਸ਼ ਦਿੱਤੀ, ਬਰਕਤ ਦਿੱਤੀ। ਔਰ ਇੱਥੇ ਇਹ ਨਹੀਂ ਕਿਹਾ ਪਰਮੇਸ਼ਰ ਨੇ ਕਿ ਮੈਂ ਤੈਨੂੰ ਦਵਾਂਗਾ। ਪਰਮੇਸ਼ਰ ਇਸ ਜਗ੍ਹਾ ਤੇ ਇਹ ਕਹਿ ਰਹੇ ਨੇ ਕਿ ਉਸ ਨੂੰ ਪਰਮੇਸ਼ਰ ਨੇ ਆਸ਼ੀਸ਼ ਕੀਤਾ। ਪਰਮੇਸ਼ਰ ਕਰੇਗਾ ਨਹੀਂ, ਪਰਮੇਸ਼ਰ ਨੇ ਕਰ ਦਿੱਤਾ। ਔਰ ਮੈਂ ਦੱਸਦਾ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕਿ ਇਬਰਾਹਿਮ ਜਦੋਂ ਆਸ਼ੀਸ਼ਿਤ ਹੋ ਗਿਆ ਤਾਂ ਉਸ ਦਾ ਬੈਨੀਫਿਟ ਮੈਨੂੰ ਤੇ ਤੁਹਾਨੂੰ ਕਿਵੇਂ ਪਹੁੰਚਦਾ ਹੈ। ਅਸੀਂ ਵੇਖਦੇ ਹਾਂ ਪਰਮੇਸ਼ਰ ਦਾ ਵਚਨ ਸਾਨੂੰ ਸਫਾਈ ਨਾਲ ਕੁਝ ਦੱਸਦਾ ਹੈ। ਮੇਰੇ ਪਿਆਰੇ ਭੈਣੋ ਭਰਾਵੋ, ਅੱਜ ਤੁਸੀਂ ਇਸ ਗੱਲ ਤੇ ਵਿਸ਼ਵਾਸ ਕਰ ਲਓ ਕਿ ਤੁਹਾਨੂੰ ਆਸ਼ੀਸ਼ ਦੇਣ ਵਾਲਾ ਇਬਰਾਹਿਮ, ਇਸਾਕ ਤੇ ਯਾਕੂਬ ਦਾ ਪਰਮੇਸ਼ਰ ਜੋ ਕਹਿਲਾਂਦਾ ਸੀ, ਉਹੀ ਪਰਮੇਸ਼ਰ ਅੱਜ ਸਾਡਾ ਤੇ ਤੁਹਾਡਾ ਪਰਮੇਸ਼ਰ ਹੈ। ਅੱਜ ਅਸੀਂ ਇਹ ਨਹੀਂ ਕਵਾਂਗੇ ਕਿ ਪਰਮੇਸ਼ਰ ਇਬਰਾਹਿਮ, ਇਸਾਕ ਤੇ ਯਾਕੂਬ ਦੇ ਪਰਮੇਸ਼ਰ, ਅਸੀਂ ਅੱਜ ਕਵਾਂਗੇ ਸਾਡੇ ਪਰਮੇਸ਼ਰ। ਹਾਲੇਲੂਇਆ। ਪ੍ਰਭੂ ਦੀ ਮਹਿਮਾ ਹੋਵੇ, ਕਿਉਂਕਿ ਹੁਣ ਉਹ ਪਰਮੇਸ਼ਰ ਸਾਡਾ ਪਰਮੇਸ਼ਰ ਹੈ। ਉਹ ਪਰਮੇਸ਼ਰ ਜਿਸ ਨੇ ਇਬਰਾਹਿਮ ਨੂੰ ਆਸ਼ੀਸ਼ ਦਿੱਤੀ, ਬਾਈਬਲ ਸਾਨੂੰ ਇਹ ਦੱਸਦੀ ਹੈ ਕਿ ਉਸਨੇ ਉਸ ਨੂੰ ਆਸ਼ੀਸ਼ਿਤ ਕੀਤਾ। ਤਾਂ ਕੀ ਕੇਵਲ ਪਰਮੇਸ਼ਰ ਨੇ ਉਸ ਨੂੰ ਆਸ਼ੀਸ਼ਿਤ ਕੀਤਾ? ਅਸੀਂ ਮਸੀਹ ਵਿੱਚ ਆਪਣੀ ਪਹਿਚਾਣ ਨੂੰ ਵੇਖਾਂਗੇ। ਆਓ ਅਸੀਂ ਮੇਰੇ ਨਾਲ ਪੜਾਂਗੇ ਅਫੀਸੀਅੰਸ ਚੈਪਟਰ 1, ਅਫਸੀਆਂ ਦਾ ਖਤ ਉਸ ਦਾ 1 ਅਧਿਆਇ ਤੇ ਉਹਦੀ 3 ਆਇਤ ਸਾਨੂੰ ਕੀ ਬਿਆਨ ਕਰਦੀ ਹੈ। ਧਿਆਨ ਦੇਈਏ। ਮੁਬਾਰਕ ਹੋਵੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਵਰ ਅਤੇ ਪਿਤਾ ਜੀ ਨੇ ਮਸੀਹ ਵਿੱਚ ਸਵਰਗੀ ਥਾਵਾਂ ਵਿੱਚ ਸਭ ਪ੍ਰਕਾਰ ਦੀਆਂ ਆਤਮਿਕ ਬਰਕਤਾਂ ਨਾਲ ਸਾਨੂੰ ਬਰਕਤ ਦਿੱਤੀ। ਕਿਸ ਨੂੰ ਬਰਕਤ ਦਿੱਤੀ? ਸਾਨੂੰ ਬਰਕਤ ਦਿੱਤੀ। ਕਿਸ ਨੂੰ ਬਰਕਤ ਦਿੱਤੀ? ਸਾਨੂੰ ਬਰਕਤ ਦਿੱਤੀ। ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ਵਰ ਨੇ ਯਿਸੂ ਮਸੀਹ ਦੇ ਰਾਹੀਂ ਸਾਨੂੰ ਬਰਕਤ ਦਿੱਤੀ। ਔਰ ਕਿੱਥੇ ਦਿੱਤੀ? ਸਵਰਗੀ ਸਥਾਨਾਂ ਤੋਂ ਸਾਨੂੰ ਆਸ਼ੀਸ਼ਿਤ ਕੀਤਾ ਗਿਆ ਹੈ। ਔਰ ਇਸ ਗੱਲ ਦੇ ਬਾਰੇ ਅੱਜ ਬਹੁਤ ਸਾਰੇ ਭੈਣ ਭਰਾ ਨਹੀਂ ਜਾਣਦੇ। ਕਈ ਲੋਕ ਇਸ ਨੂੰ ਸੋਚਦੇ ਨੇ ਕਿ ਸ਼ਾਇਦ ਸਾਡੇ ਪ੍ਰੋਫਿਟ ਨੂੰ ਆਸ਼ੀਸ਼ ਦਿੱਤੀ ਹੋਈ ਹੈ, ਸਾਡੇ ਫਲਾਣੇ ਨੂੰ ਆਸ਼ੀਸ਼ ਦਿੱਤੀ ਹੋਈ ਹੈ। ਮੈਂ ਅੱਜ ਇਹ ਦੱਸਣਾ ਚਾਹਨਾ, ਆਉਣ ਵਾਲੇ ਐਪੀਸੋਡ ਦੇ ਵਿੱਚ ਮੈਂ ਦੱਸਾਂਗਾ ਕਿ ਜਿਹੜੀਆਂ ਭਵਿੱਖਬਾਣੀਆਂ ਨੇ ਉਹ ਕੀ ਹੁੰਦੀਆਂ ਨੇ। ਔਰ ਮੈਂ ਅੱਜ ਇੱਕ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰ ਰਿਹਾ, ਉਹ ਹੈ ਆਸ਼ੀਸ਼ਾਂ ਦਾ ਵਿਸ਼ਾ। ਔਰ ਅੱਜ ਆਸ਼ੀਸ਼ਾਂ ਦੇ ਵਿਸ਼ੇ ਤੇ ਲੋਕ ਲੁੱਟੇ ਜਾ ਰਹੇ ਨੇ। ਔਰ ਆਸ਼ੀਸ਼ ਕੀ ਹੁੰਦੀ ਹੈ? ਆਸ਼ੀਸ਼ ਕੌਣ ਦਿੰਦਾ ਹੈ? ਆਸ਼ੀਸ਼ ਕੋਈ ਬੰਦਾ ਨਹੀਂ ਦਿੰਦਾ। ਅੱਜ ਕੱਲ ਬਹੁਤ ਸਾਰੀਆਂ ਝੂਠੀਆਂ ਸਿੱਖਿਆਵਾਂ ਦਿੱਤੀਆਂ ਜਾ ਰਹੀਆਂ ਨੇ। ਬਹੁਤ ਸਾਰੀਆਂ ਝੂਠੀਆਂ ਸਿੱਖਿਆਵਾਂ ਦੇ ਕਾਰਨ ਅੱਜ ਬਹੁਤ ਸਾਰੇ ਸਮਾਨ ਵੇਚੇ ਜਾ ਰਹੇ ਨੇ। ਔਰ ਮੈਂ ਹੈਰਾਨ ਹਾਂ ਉਹਨਾਂ ਪ੍ਰਚਾਰਕਾਂ ਤੋਂ ਜਿਨ੍ਹਾਂ ਦੇ ਪਿੱਛੇ ਹਜ਼ਾਰਾਂ ਔਰ ਲੱਖਾਂ ਲੋਕ ਤੁਰਦੇ ਨੇ, ਚੱਲਦੇ ਨੇ, ਪਰ ਉਹ ਪਰਮੇਸ਼ਰ ਦੇ ਵਚਨ ਨੂੰ ਕਦੀ ਵੀ ਪੜ੍ਹਦੇ ਨਹੀਂ ਕਿ ਵਚਨ ਸਾਨੂੰ ਕੀ ਦੱਸਦਾ ਹੈ।
ਔਰ ਮੈਂ ਉਹਨਾਂ ਪ੍ਰਚਾਰਕਾਂ ਲਈ ਵੀ ਬੜਾ ਹੈਰਾਨ ਹੁੰਦਾ ਜੋ ਕਹਿੰਦੇ ਨੇ ਕਿ ਆ ਨਾ ਖਾਓ। ਔਰ ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਵੀਡੀਓ ਦੇਖੀ ਜਿਸ ਦੇ ਵਿੱਚ ਮੈਂ ਦੇਖਿਆ ਕਿ ਇੱਕ ਪ੍ਰਚਾਰਕ ਕਹਿ ਰਿਹਾ ਹੈ ਕਿ ਤੁਸੀਂ ਇੰਨੇ ਤਰੀਕੇ ਨੂੰ ਮਿੱਠਾ ਨਹੀਂ ਖਾਣਾ, ਤੁਸੀਂ ਇਹ ਨਹੀਂ ਕਰਨਾ, ਤੁਸੀਂ ਉਹ ਨਹੀਂ ਕਰਨਾ। ਬਿਲਕੁਲ ਰੋਂਗ ਨੇ, ਪਰਮੇਸ਼ਰ ਦੇ ਵਚਨ ਨੂੰ ਨਹੀਂ ਜਾਣਦੇ, ਪਰਮੇਸ਼ਰ ਦੇ ਵਚਨ ਦੀ ਕੋਈ ਸਿੱਖਿਆ ਨਹੀਂ ਉਹਨਾਂ ਦੇ ਕੋਲ। ਉਹ ਸਭ ਕੁਝ ਜੋ ਉਹਨਾਂ ਨੇ ਬੋਲਿਆ ਮੈਂ ਉਹਨਾਂ ਨੂੰ ਸੁਣਿਆ, ਔਰ ਯਕੀਨ ਕਰੋ, ਵਿਸ਼ਵਾਸ ਕਰੋ ਕਿ ਉਹ ਵਚਨ ਤੋਂ ਬਿਲਕੁਲ ਉਲਟ ਸਿੱਖਿਆ ਦਿੱਤੀ ਜਾਂਦੀ ਹੈ। ਪੁਰਾਣੇ ਨਿਯਮ ਦੇ ਵਿੱਚ ਪਰਮੇਸ਼ਰ ਨੇ ਜਦੋਂ ਮੇਮਣਾ ਦਿੱਤਾ ਸੀ, ਉਹ ਪਰਮੇਸ਼ਰ ਨੇ ਜੋ ਮੇਮਣਾ ਦਿੱਤਾ ਸੀ ਬਹੁਤ ਸਾਰੀ ਕੰਡੀਸ਼ਨਸ ਦੇ ਨਾਲ ਦਿੱਤਾ ਸੀ। ਪਰ ਨਵੇਂ ਨਿਯਮ ਵਿੱਚ ਜਿਹੜਾ ਸਾਡੇ ਲਈ ਮੇਮਣਾ ਉਹ ਮਸੀਹ ਹੈ। ਔਰ ਬਾਈਬਲ ਸਾਨੂੰ ਦੱਸਦੀ ਹੈ ਕਿ ਯੀਸ਼ੂ ਮਸੀਹ ਦੇ ਕਾਰਨ ਪਿਤਾ ਨੇ, ਪਰਮੇਸ਼ਵਰ ਨੇ ਸਾਨੂੰ ਸਵਰਗੀ ਸਥਾਨਾਂ ਦੇ ਵਿੱਚ ਆਸ਼ੀਸ਼ਿਤ, ਹਰ ਪ੍ਰਕਾਰ ਦੀ ਆਸ਼ੀਸ਼ ਨਾਲ ਆਸ਼ੀਸ਼ਿਤ ਕੀਤਾ ਹੈ। ਪਿਆਰੇ ਭੈਣੋ ਭਰਾਵੋ, ਇੱਕ ਵਾਰ ਫਿਰ ਧਿਆਨ ਦਿਓ ਕਿ ਪਰਮੇਸ਼ਰ ਤੁਹਾਨੂੰ ਆਸ਼ੀਸ਼ਿਤ ਕਰੇਗਾ ਜਾਂ ਕਰ ਦਿੱਤਾ ਹੈ, ਇਹ ਤੁਸੀਂ ਅੱਜ ਦੇਖਣਾ ਹੈ। ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਪਰਮੇਸ਼ਰ ਨੇ ਆਸ਼ੀਸ਼ਿਤ ਕੀਤਾ ਹੋਇਆ ਹੈ। ਕਿ ਇਬਰਾਹਿਮ ਨੂੰ ਪਰਮੇਸ਼ਰ ਨੇ ਕਿਹਾ ਸੀ ਕਿ ਆਸ਼ੀਸ਼ ਦੇਵਾਂਗਾ। ਅਸੀਂ ਦੇਖਿਆ ਕਿ ਪਰਮੇਸ਼ਰ ਨੇ ਸਭ ਵਸਤੂਆਂ ਵਿੱਚ ਉਸ ਨੂੰ ਕੀ ਦਿੱਤੀ? ਆਸ਼ੀਸ਼ ਦਿੱਤੀ। ਔਰ ਇਸੇ ਤਰ੍ਹਾਂ ਪਰਮੇਸ਼ਰ ਨਵੇਂ ਨਿਯਮ ਦੇ ਵਿੱਚ ਉਹਨਾਂ ਵਿਸ਼ਵਾਸੀਆਂ ਨੂੰ ਜਿਹੜੇ ਯੀਸ਼ੂ ਮਸੀਹ ਦੇ ਨਾਮ ਤੇ ਨਿਹਚਾ ਕਰਦੇ ਨੇ, ਹਰ ਇੱਕ ਗੱਲ ਵਿੱਚ ਆਸ਼ੀਸ਼ ਦਿੱਤੀ ਹੋਈ ਹੈ। ਤੁਹਾਡੇ ਲਈ ਸਵਰਗ ਤੋਂ ਪਰਮੇਸ਼ਰ ਦੀ ਆਸ਼ੀਸ਼ ਰਿਲੀਜ਼ ਹੋ ਚੁੱਕੀ ਹੈ। ਪਰਮੇਸ਼ਰ ਦਾ ਧੰਨਵਾਦ ਹੋਵੇ। ਔਰ ਅੱਜ ਅਸੀਂ ਸਿਰਫ ਉਸ ਨੂੰ ਰਿਸੀਵ ਕਰਦੇ ਹਾਂ, ਪਾਉਂਦੇ ਹਾਂ। ਔਰ ਧਿਆਨ ਦਿਓ ਮੇਰੀ ਗੱਲ ਤੇ, ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇ ਚੁੱਕਾ ਹੈ, ਤੁਸੀਂ ਆਸ਼ੀਸ਼ਿਤ ਹੋ ਚੁੱਕੇ ਹੋ। ਮੈਂ ਕੁਝ ਗੱਲਾਂ ਤੁਹਾਡੇ ਨਾਲ ਪੜ੍ਹਨਾ ਚਾਹਾਂਗਾ। ਰੋਮਨਸ ਚੈਪਟਰ 8 ਵਰਸ 17, ਜਦੋਂ ਅਸੀਂ ਰੋਮਨਸ ਦਾ 8 ਅਧਿਆਇ ਤੇ ਉਹਦਾ 17 ਵਚਨ ਨੂੰ ਵੇਖਦੇ ਹਾਂ ਤਾਂ ਉਸ ਜਗ੍ਹਾ ਤੇ ਅਸੀਂ ਦੇਖਦੇ ਹਾਂ ਕਿ ਜੇ ਅਸੀਂ ਬੱਚੇ ਹਾਂ ਤਾਂ ਅਸੀਂ ਅਧਿਕਾਰੀ ਹਾਂ, ਔਰ ਜੇ ਅਸੀਂ ਅਧਿਕਾਰੀ ਤਾਂ ਮਸੀਹ ਨਾਲ ਸਾਂਝੇ ਅਧਿਕਾਰੀ। ਇਸ ਜਗ੍ਹਾ ਤੇ ਬਾਈਬਲ ਸਾਨੂੰ ਇਹ ਬਿਆਨ ਕਰਦੀ ਹੈ ਕਿ ਜੇ ਅਸੀਂ ਪਰਮੇਸ਼ਵਰ ਦੀ ਸੰਤਾਨ ਬਣੇ ਆ, ਜੇ ਅਸੀਂ ਪਰਮੇਸ਼ਵਰ ਦੇ ਬੱਚੇ ਬਣੇ ਆ ਤਾਂ ਮਸੀਹ ਦੇ ਨਾਲ ਸਾਂਝੇ ਅਧਿਕਾਰੀ। ਧਿਆਨ ਦਿਓ ਇਸ ਗੱਲ ਤੇ, ਪਰਮੇਸ਼ਵਰ ਨੇ, ਧੰਨਵਾਦ ਹੋਵੇ ਸਾਡੇ ਪਰਮੇਸ਼ਵਰ ਦਾ, ਜਿਸ ਨੇ ਤੁਹਾਡਾ ਮਸੀਹ ਦੇ ਨਾਲ ਸਾਂਝਾ ਖਾਤਾ ਖੋਲ ਦਿੱਤਾ ਹੈ। ਹਾਲੇਲੂਇਆ। ਬਾਈਬਲ ਇਸ ਜਗ੍ਹਾ ਤੇ ਬਿਆਨ ਕਰਦੀ ਹੈ ਕਿ ਤੁਸੀਂ ਪਰਮੇਸ਼ਵਰ ਦੀਆਂ ਮਸੀਹ ਵਿੱਚ ਉਹਨਾਂ ਸਾਰੀਆਂ ਆਸ਼ੀਸ਼ਾਂ ਦੇ ਸਾਂਝੀਦਾਰ ਹੋ। ਉਹ ਸਾਰੀਆਂ ਬਰਕਤਾਂ ਜੋ ਪਰਮੇਸ਼ਵਰ ਨੇ ਮਸੀਹ ਵਿੱਚ ਤੁਹਾਡੇ ਲਈ ਰੱਖੀਆਂ ਨੇ, ਤੁਸੀਂ ਆਸ਼ੀਸ਼ ਪਾਏ ਹੋਏ ਹੋ। ਆਪਣੇ ਤੇ ਹੱਥ ਰੱਖੋ ਔਰ ਕਹੋ ਕਿ ਮੈਂ ਆਸ਼ੀਸ਼ਿਤ ਹਾਂ, ਮੈਂ ਆਸ਼ੀਸ਼ਿਤ ਹੋ ਚੁੱਕਾ ਹਾਂ। ਮੈਨੂੰ ਅੱਜ ਕੋਈ ਮਨੁੱਖ ਆਸ਼ੀਸ਼ਿਤ ਨਹੀਂ ਕਰਦਾ, ਮੈਨੂੰ ਆਸ਼ੀਸ਼ਿਤ ਕਰਨ ਵਾਲਾ ਮੇਰਾ ਪਰਮੇਸ਼ਵਰ ਹੈ। ਮਨੁੱਖਤਾ ਤੁਹਾਡੇ ਕੋਲ ਆਸ਼ੀਸ਼ਾਂ ਖੋਹਣ ਦੀ ਕੋਸ਼ਿਸ਼ ਕਰਨਗੇ, ਤੁਹਾਡੇ ਨਾਲ ਜੈਲਸ ਕਰਨਗੇ, ਤੁਹਾਡੇ ਨਾਲ ਲੋਕ ਸੜਨਗੇ। ਜਿਵੇਂ ਜਿਵੇਂ ਅਸੀਂ ਬਾਈਬਲ ਦੇ ਵਿੱਚ ਪੜ੍ਹਦੇ ਹਾਂ ਕਿ ਜਦੋਂ ਪਰਮੇਸ਼ਵਰ ਨੇ ਇਸਹਾਕ ਨੂੰ ਆਸ਼ੀਸ਼ ਦਿੱਤੀ ਸੀ ਤਾਂ ਬਾਈਬਲ 'ਚ ਲਿਖਿਆ ਹੈ ਕਿ ਉਹਨੂੰ ਪਰਮੇਸ਼ਵਰ ਨੇ ਆਸ਼ੀਸ਼ਿਤ ਕੀਤਾ ਔਰ ਇਸ ਤੋਂ ਉਹਦੇ ਦੁਸ਼ਮਣ ਸਾਰੇ ਕੀ ਹੋ ਗਏ? ਸੜਨ ਲੱਗੇ। ਪਰਮੇਸ਼ਵਰ ਦਾ ਧੰਨਵਾਦ ਹੋਵੇ ਕਿ ਪਰਮੇਸ਼ਵਰ ਜਦੋਂ ਤੁਹਾਨੂੰ ਆਸ਼ੀਸ਼ ਦਿੰਦਾ ਹੈ, ਜਦੋਂ ਪਰਮੇਸ਼ਵਰ ਤੁਹਾਨੂੰ ਆਸ਼ੀਸ਼ਿਤ ਕਰਦਾ ਹੈ, ਕੋਈ ਮਨੁੱਖ ਖੁਸ਼ ਨਹੀਂ ਹੁੰਦਾ ਤੁਹਾਡੇ ਤੋਂ, ਪਰਮੇਸ਼ਵਰ ਖੁਸ਼ ਹੁੰਦਾ ਹੈ ਆਪਣੇ ਬੱਚਿਆਂ ਨੂੰ ਆਸ਼ੀਸ਼ ਦੇ ਕੇ। ਲੋਕ ਤੁਹਾਡੇ ਲਈ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਦੇ ਨੇ। ਕਈ ਲੋਕ ਤੁਹਾਨੂੰ ਕਹਿਣਗੇ ਕਿ ਤੁਸੀਂ ਹੁਣ ਪਰਮੇਸ਼ਰ ਵਿੱਚ ਚੱਲ ਰਹੇ ਹੋ, ਲੱਗਦਾ ਤੁਹਾਨੂੰ ਚਰਚ ਵਾਲਿਆਂ ਨੇ ਕੁਝ ਦੇ ਦਿੱਤਾ ਹੈ, ਹੋ ਸਕਦਾ ਤੁਹਾਨੂੰ ਤੁਹਾਡੇ ਪਾਸਟਰ ਨੇ ਕੁਝ ਦੇ ਦਿੱਤਾ ਹੈ। ਮੇਰੇ ਪਿਆਰੇ ਭੈਣੋ ਭਰਾਵੋ, ਆਸ਼ੀਸ਼ਾਂ ਦੇਣ ਵਾਲਾ ਪਰਮੇਸ਼ਵਰ ਹੈ। ਮੈਂ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਚਰਚ ਨਾਲ, ਪ੍ਰਭੂ ਦੇ ਸੇਵਕਾਂ ਨਾਲ ਵਫਾਦਾਰੀ ਨਾਲ ਚੱਲੋ, ਵਚਨ ਤੇ ਚੱਲੋ, ਆਤਮਾ ਦੇ ਦੁਆਰਾ ਚੱਲੋ, ਔਰ ਤੁਸੀਂ ਉਹਨਾਂ ਆਸ਼ੀਸ਼ਾਂ ਦੇ ਭਾਗੀ ਹੋ ਜੋ ਪਰਮੇਸ਼ਰ ਨੇ ਤੁਹਾਨੂੰ ਦਿੱਤੀਆਂ ਹੋਈਆਂ ਨੇ। ਹਾਲੇਲੂਇਆ। ਪਰ ਉਹਨਾਂ ਨੂੰ ਪਾਉਣ ਦੇ ਵਾਸਤੇ ਕਈ ਲੋਕਾਂ ਨੂੰ ਪਤਾ ਨਹੀਂ ਕਿ ਅਸੀਂ ਕਿਸ ਤਰ੍ਹਾਂ ਉਹਨਾਂ ਆਸ਼ੀਸ਼ਾਂ ਨੂੰ ਪਾ ਸਕਦੇ ਹਾਂ। ਮੈਂ ਇੱਕ ਆਇਤ ਹੋਰ ਦੇਖਣਾ ਚਾਹੁੰਦਾ, 2 ਕੋਰਿੰਥੀਅਨਸ ਚੈਪਟਰ 8 ਵਰਸ 9, ਦੂਜਾ ਕੋਰਿੰਥੀਆਂ ਦੀ ਕਿਤਾਬ 8 ਦੀ 9 ਆਇਤ ਬਿਆਨ ਕਰਦੀ ਹੈ, ਕਿਉਂਕਿ ਤੁਸੀਂ ਸਾਡੇ ਪ੍ਰਭੂ ਯੀਸ਼ੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ। ਤੁਸੀਂ ਸਾਡੇ ਪ੍ਰਭੂ ਯੀਸ਼ੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ, ਜੋ ਭਾਵੇਂ ਉਹ ਧਨੀ ਸੀ ਪਰ ਤੁਹਾਡੇ ਲਈ ਨਿਰਧਨ ਬਣਿਆ। ਉਹ ਤੁਹਾਡੇ ਲਈ ਨਿਰਧਨ ਬਣਿਆ ਭਾਈ ਤੁਸੀਂ ਉਹਦੀ ਨਿਰਧਨਤਾਈ ਤੋਂ ਧਨੀ ਹੋ ਜਾਓ, ਤਾਂ ਕਿ ਤੁਸੀਂ ਉਹਦੀ ਨਿਰਧਨਤਾਈ ਤੋਂ ਕੀ ਹੋ ਜਾਓ? ਧਨੀ ਹੋ ਜਾਓ। ਕੋਈ ਤੁਹਾਡੇ ਲਈ ਅੱਜ ਤੱਕ ਕੋਈ ਹੋਰ ਵਿਅਕਤੀ ਨਿਰਧਨ ਬਣਿਆ ਹੈ? ਕੀ ਤੁਹਾਡੇ ਲਈ ਕੋਈ ਹੋਰ ਵਿਅਕਤੀ ਇਸ ਤਰ੍ਹਾਂ ਕੋਈ ਵੀ ਜੋ ਧਨੀ ਹੋਵੇ ਔਰ ਤੁਹਾਡੇ ਲਈ ਨਿਰਧਨ ਹੋਇਆ ਹੋਵੇ? ਨੋ। ਮੇਰੇ ਪਿਆਰੇ ਭੈਣੋ ਭਰਾਵੋ, ਸਿਰਫ ਯੀਸ਼ੂ ਮਸੀਹ ਹੈ ਜੋ ਤੁਹਾਨੂੰ ਪਿਆਰ ਕਰਦਾ ਹੈ, ਸਿਰਫ ਪਰਮੇਸ਼ਵਰ ਹੈ ਜੋ ਤੁਹਾਨੂੰ ਪਿਆਰ ਕਰਦਾ ਹੈ। ਉਸ ਤੋਂ ਬਾਅਦ ਤੁਹਾਨੂੰ ਪਿਆਰ ਕੋਈ ਵੀ ਨਹੀਂ ਕਰਦਾ। ਬਾਈਬਲ ਸਾਨੂੰ ਦੱਸਦੀ ਹੈ ਕਿ ਉਹ ਤੁਹਾਡੇ ਲਈ ਜਿਹੜਾ ਧਨੀ ਸੀ ਨਿਰਧਨ ਬਣਿਆ ਤਾਂ ਕਿ ਤੁਸੀਂ ਉਹਦੇ ਵਿੱਚ ਕੀ ਬਣ ਜਾਓ?
ਧਨੀ ਬਣ ਜਾਓ। ਹਾਲੇਲੂਇਆ। ਤੁਸੀਂ ਅੱਜ ਆਸ਼ੀਸ਼ਾਂ ਢੂੰਡਦੇ ਹੋ। ਮੇਰੇ ਭੈਣੋ ਭਰਾਵੋ, ਜਿੰਨੇ ਤੁਸੀਂ ਮੈਨੂੰ ਸੁਣ ਰਹੇ ਹੋ, ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ ਯਿਸੂ ਮਸੀਹ ਦੇ ਨਾਮ ਵਿੱਚ। ਚਾਹੇ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਜਾਣਦੇ ਹੋ, ਚਾਹੇ ਨਹੀਂ ਜਾਣਦੇ ਹੋ, ਚਾਹੇ ਤੁਸੀਂ ਪਹਿਲੀ ਵਾਰ ਸੁਣ ਰਹੇ ਹੋ, ਚਾਹੇ ਤੁਸੀਂ ਇੰਡੀਆ ਵਿੱਚ ਹੋ, ਚਾਹੇ ਤੁਸੀਂ ਕਿਸੇ ਹੋਰ ਕੰਟਰੀ ਵਿੱਚ ਹੋ, ਮੈਂ ਸਭ ਦਾ ਸਵਾਗਤ ਕਰਦਾ ਕਿ ਤੁਸੀਂ ਆਓ ਤੇ ਪਰਮੇਸ਼ਰ ਦੇ ਵਚਨ ਦੇ ਦੁਆਰਾ ਇਹਨਾਂ ਆਸ਼ੀਸ਼ਾਂ ਨੂੰ ਲੈ ਲਓ। ਪਰਮੇਸ਼ਰ ਦਾ ਵਚਨ ਸਾਨੂੰ ਸਫਾਈ ਨਾਲ ਦੱਸ ਰਿਹਾ ਹੈ ਕਿ ਪਰਮੇਸ਼ਰ ਦਾ ਪੁੱਤਰ ਯਿਸੂ ਤੁਹਾਡੇ ਲਈ ਨਿਰਧਨ ਬਣਿਆ। ਉਹ ਤੁਹਾਡੇ ਲਈ ਤੇ ਮੇਰੇ ਲਈ ਨਿਰਧਨ ਬਣਿਆ ਤਾਂ ਕਿ ਅਸੀਂ ਉਹਦੇ ਵਿੱਚ ਹੋ ਕੇ ਧਨੀ ਬਣ ਜਾਈਏ। ਅੱਜ ਕਿਉਂ ਬਹੁਤ ਸਾਰੇ ਮਸੀਹੀ ਭੈਣ ਭਰਾ ਅੱਜ ਭਟਕਦੇ ਹੋਏ ਨਜ਼ਰ ਆ ਰਹੇ ਨੇ? ਔਰ ਸਭ ਤੋਂ ਵੱਡੀ ਗੱਲ ਮੈਂ ਉਹਨਾਂ ਭੈਣਾਂ ਭਰਾਵਾਂ ਲਈ ਜੋ ਇੰਡੀਆ ਤੋਂ ਬਾਹਰ ਨੇ, ਮੈਂ ਉਹਨਾਂ ਨੂੰ ਗੱਲ ਕਹਿਣਾ ਚਾਹਨਾ, ਧਿਆਨ ਦਿਓ ਇਸ ਗੱਲ ਤੇ। ਅਗਰ ਤੁਸੀਂ ਪ੍ਰਭੂ ਵਿੱਚ ਆਪਣੇ ਆਪ ਨੂੰ ਸਮਝਦੇ ਹੋ ਤਾਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ। ਗੱਲ ਕਹਿਣਾ ਚਾਹਨਾ, ਬੜੇ ਧਿਆਨ ਨਾਲ ਸੁਣਨਾ। ਜਿਹੜੇ ਸਹੀ ਪਰਮੇਸ਼ਰ ਦੇ ਵਚਨ ਦੀ ਨੌਲੇਜ ਔਰ ਸਿੱਖਿਆ ਦਿੰਦੇ ਨੇ, ਉਹਨਾਂ ਨੂੰ ਕੋਈ ਡੋਨੇਸ਼ਨ ਨਹੀਂ ਭੇਜਦਾ। ਇੰਡੀਆ ਦੇ ਵਿੱਚ ਵੀ ਅੱਜ ਡੋਨੇਸ਼ਨ ਉੱਥੇ ਭੇਜੀ ਜਾ ਰਹੀ ਹੈ ਜਿੱਥੇ ਲੋਕ ਗਲਤ ਸਿੱਖਿਆ ਦਿੰਦੇ ਨੇ। ਮੇਰੇ ਭੈਣ ਭਰਾ ਗੁੱਸਾ ਨਾ ਕਰਨ, ਇਸ ਗੱਲ ਨੂੰ ਬੜੇ ਧਿਆਨ ਨਾਲ ਸੁਣੀਏਗਾ। ਪਰਮੇਸ਼ਰ ਦੇ ਵਚਨ ਦੀ ਮੁਨਾਦੀ ਲਈ ਤੁਸੀਂ ਆਪਣੇ ਦਾਨ ਦਸਵੰਧ ਭੇਜਣੇ, ਉਹ ਤੁਹਾਡਾ ਫਰਜ਼ ਹੈ, ਨਾ ਕਿ ਉਹਨਾਂ ਚੀਜ਼ਾਂ ਲਈ ਸਪੋਰਟ ਕਰਨਾ ਜੋ ਗਲਤ ਕਰ ਰਹੇ ਨੇ। ਅੱਜ ਉਹ ਚਮਤਕਾਰ ਕਿੱਥੇ ਨੇ? ਅੱਜ ਉਹ ਪ੍ਰੋਫਿਟਸ ਕਿੱਥੇ ਨੇ? ਸਭ ਉਲਟ ਪੁਲਟ ਪ੍ਰੋਫਿਟਸ ਜੋ ਅੱਜ ਪ੍ਰੋਫਸੀਆਂ ਕਰ ਰਹੇ ਨੇ। ਮੈਂ ਸਭ ਦੇ ਖਿਲਾਫ ਨਹੀਂ ਹਾਂ। ਕੁਝ ਇਹੋ ਜਿਹੇ ਲੋਕ ਨੇ ਜੋ ਸਿਰਫ ਆਪਣੇ ਨਾਮ ਨੂੰ ਉੱਚਾ ਕਰਨ ਦੇ ਲਈ ਉਹ ਸਭ ਕੁਝ ਕਰਦੇ ਨੇ। ਮੇਰੇ ਪਿਆਰੇ ਭੈਣੋ ਭਰਾਵੋ, ਪਰਮੇਸ਼ਵਰ ਇਸ ਤਰ੍ਹਾਂ ਦਾ ਨਹੀਂ ਹੈ। ਪਰਮੇਸ਼ਵਰ ਨੇ ਆਪਣਾ ਵਚਨ ਭੇਜਿਆ ਹੈ ਤਾਂ ਕਿ ਅਸੀਂ ਉਸ ਦੀ ਮੁਨਾਦੀ ਕਰੀਏ। ਔਰ ਪਰਮੇਸ਼ਵਰ ਦਾ ਵਚਨ ਬਿਲਕੁਲ ਸਿੱਧਾ ਔਰ ਸਰਲ ਔਰ ਬਿਲਕੁਲ ਸਹੀ ਦੱਸਦਾ ਹੈ। ਉਸ ਵਿੱਚ ਕੋਈ ਮਿਲਾਵਟ ਨਹੀਂ ਹੈ, ਪਰ ਬਹੁਤ ਸਾਰੇ ਲੋਕ ਇਸ ਵਿੱਚ ਮਿਲਾਵਟ ਪਾ ਕੇ ਉਸ ਨੂੰ ਪੇਸ਼ ਕਰਦੇ ਨੇ। ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਇਸ ਤਰ੍ਹਾਂ ਅਸੀਂ ਕਦੀ ਵੀ ਆਸ਼ੀਸ਼ ਨਹੀਂ ਪਾ ਸਕਦੇ। ਆਸ਼ੀਸ਼ਾਂ ਪਾਉਣ ਦੇ ਲਈ ਤੁਹਾਨੂੰ ਪਰਮੇਸ਼ਵਰ ਦੇ ਵਚਨ 'ਚ ਜਾਣ ਦੀ ਲੋੜ ਹੈ। ਪਰਮੇਸ਼ਰ ਦੇ ਆਤਮਾ ਦੇ ਵਿੱਚ ਜਾਣ ਦੀ ਜ਼ਰੂਰਤ ਹੈ। ਆਤਮਾ ਨਾਲ ਭਰਪੂਰ ਹੋਣ ਦੀ ਜ਼ਰੂਰਤ ਹੈ। ਅਗਰ ਤੁਸੀਂ ਆਤਮਾ ਨਾਲ ਭਰਪੂਰ ਹੋ ਕੇ ਪਰਮੇਸ਼ਰ ਦੇ ਵਚਨ ਦੇ ਵਿੱਚ ਰਹਿ ਕੇ ਚੱਲੋਗੇ, ਤੁਹਾਨੂੰ ਆਸ਼ੀਸ਼ਾਂ ਢੂੰਡਣ ਜਾਣ ਦੀ ਜ਼ਰੂਰਤ ਨਹੀਂ। ਆਸ਼ੀਸ਼ਾਂ ਢੂੰਡਦੀਆਂ ਹੋਈਆਂ ਤੁਹਾਡੇ ਕੋਲ ਆਣਗੀਆਂ। ਆਸ਼ੀਸ਼ਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ। ਮੈਂ ਇਹ ਗੱਲ ਦੱਸਣਾ ਚਾਹੁੰਦਾ, ਇਸ ਜਗ੍ਹਾ ਤੇ ਪਰਮੇਸ਼ਰ ਦੇ ਵਚਨ ਜਿਵੇਂ ਲਿਖਿਆ ਹੋਇਆ ਹੈ ਕਿ ਪਰਮੇਸ਼ਰ ਨੇ ਸਾਡੇ ਲਈ ਮਸੀਹ ਵਿੱਚ ਸਭ ਪ੍ਰਕਾਰ ਦੀ ਆਸ਼ੀਸ਼ ਨੂੰ ਪਹਿਲਾਂ ਹੀ ਦਿੱਤਾ ਹੋਇਆ ਹੈ। ਔਰ ਯਿਸੂ ਮਸੀਹ ਸਾਡੇ ਲਈ ਨਿਰਧਨ ਹੋਏ ਤਾਂ ਕਿ ਅਸੀਂ ਧਨੀ ਬਣ ਜਾਈਏ। ਔਰ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਕਿ ਯਿਸੂ ਮਸੀਹ ਦਾ ਇਸ ਸੰਸਾਰ ਤੇ ਆਉਣ ਦਾ ਉਦੇਸ਼ ਇਹੀ ਸੀ ਕਿ ਅਸੀਂ ਨਾ ਭਟਕੀਏ, ਅਸੀਂ ਆਸ਼ੀਸ਼ਾਂ ਲਈ ਘੁੰਮਦੇ ਜਾਂ ਭਟਕਦੇ ਨਾ ਰਹੀਏ। ਯਿਸੂ ਮਸੀਹ ਨੇ ਉਹ ਸਭ ਕੁਝ ਪਹਿਲਾਂ ਹੀ ਤੁਹਾਡੇ ਲਈ ਕਰ ਦਿੱਤਾ ਹੈ। ਤੁਹਾਨੂੰ ਵਿਸ਼ਵਾਸ ਕਰਨ ਦੀ ਲੋੜ ਹੈ। ਪਰਮੇਸ਼ਰ ਦੇ ਵਚਨ ਤੇ ਈਮਾਨ ਲਿਆਉਣ ਦੀ ਜ਼ਰੂਰਤ ਹੈ। ਜਦ ਤੁਸੀਂ ਪਰਮੇਸ਼ਰ ਦੇ ਵਚਨ ਤੇ ਈਮਾਨ ਲਿਆਓਗੇ, ਤੁਸੀਂ ਪਾਓਗੇ ਕਿ ਪਰਮੇਸ਼ਰ ਨੇ ਤੁਹਾਨੂੰ ਪਹਿਲਾਂ ਹੀ ਆਸ਼ੀਸ਼ਿਤ ਕੀਤਾ ਹੋਇਆ ਹੈ। ਲਾਈਕ ਇੱਕ ਟਰੀ ਦੀ ਤਰ੍ਹਾਂ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ। ਤੁਸੀਂ ਜਾਣਦੇ ਹੋ ਕਿ ਦਰਖਤ ਜਿਹੜਾ ਹੈ, ਇੱਕ ਪੌਦਾ ਜਿਹੜਾ ਹੈ, ਉਹ ਇੱਕਦਮ ਫਰੂਟਫੁਲ ਨਹੀਂ ਹੋ ਜਾਂਦਾ। ਉਹ ਜਦੋਂ ਅਸੀਂ ਉਸ ਨੂੰ ਪੌਦੇ ਨੂੰ ਲਗਾਉਂਦੇ ਹਾਂ, ਉਹ ਪੌਦਾ ਹੌਲੀ ਹੌਲੀ ਵੱਧਦਾ ਹੈ। ਤੁਸੀਂ ਪਰਮੇਸ਼ਰ ਵਿੱਚ ਵੱਧ ਰਹੇ ਹੋ। ਅਗਰ ਤੁਹਾਨੂੰ ਅਸੀਂ ਪਰਮੇਸ਼ਰ ਦੇ ਵਚਨ ਦੀ ਨੌਲੇਜ ਦੇ ਰਹੇ ਹਾਂ, ਗਿਆਨ ਦੇ ਰਹੇ ਹਾਂ, ਤੁਸੀਂ ਇਸ ਵਚਨ ਦੇ ਵਿੱਚ ਵਧੋਗੇ। ਤੁਸੀਂ ਵੇਖੋਗੇ ਇੱਕ ਦਿਨ ਜਦੋਂ ਤੁਸੀਂ ਫਰੂਟਫੁਲ ਹੋਵੋਗੇ। ਮੇਰੇ ਪਿਆਰੇ ਭੈਣੋ ਭਰਾਵੋ, ਇਹ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਹੈ ਜਿਵੇਂ ਕਿ ਅਸੀਂ ਇੱਕ ਪੌਦਾ ਰੋਪਦੇ ਹਾਂ, ਲਗਾਉਂਦੇ ਹਾਂ, ਔਰ ਉਸ ਦਾ ਅਸੀਂ ਵੇਟ ਕਰਦੇ ਹਾਂ ਕਿ ਇਹ ਪੌਦਾ ਵੱਡਾ ਹੋਏਗਾ ਤੇ ਫਲਦਾਇਕ ਬਣੇਗਾ। ਮੇਰੇ ਪਿਆਰੇ ਭੈਣੋ ਭਰਾਵੋ, ਇਸੇ ਤਰ੍ਹਾਂ ਅਸੀਂ ਪਰਮੇਸ਼ਰ ਦੇ ਵਿੱਚ ਹਾਂ। ਜਦੋਂ ਅਸੀਂ ਪਰਮੇਸ਼ਰ ਦੇ ਵਿੱਚ ਰੋਪੇ ਗਏ ਹਾਂ, ਮਸੀਹ ਵਿੱਚ ਲਗਾਏ ਗਏ ਹਾਂ, ਮਸੀਹ ਵਿੱਚ ਪਹੁੰਚੇ ਹਾਂ, ਮਸੀਹ ਵਿੱਚ ਦਾਖਲ ਹੋਏ ਹਾਂ, ਤਾਂ ਮਸੀਹ ਵਿੱਚ ਤੁਹਾਨੂੰ ਵਧਣ ਦੀ ਲੋੜ ਹੈ। ਇਸ ਲਈ ਬਾਈਬਲ ਦੇ ਵਿੱਚ ਪਰਮੇਸ਼ਰ ਦਾ ਜਨ ਪ੍ਰੇਰਿਤ ਪੌਲੁਸ ਕਹਿੰਦਾ ਹੈ ਕਿ ਉਸ ਵਿੱਚ ਜੜ ਫੜੋ ਅਤੇ ਵਧਦੇ ਜਾਓ। ਉਸ ਵਿੱਚ ਵਧਦੇ ਜਾਓ। ਲਾਈਕ ਇੱਕ ਟਰੀ ਦੀ ਤਰ੍ਹਾਂ, ਇੱਕ ਦਰਖਤ ਦੀ ਤਰ੍ਹਾਂ ਤੁਸੀਂ ਉਸ ਵਿੱਚ ਵਧਦੇ ਜਾਓ। ਔਰ ਤੁਸੀਂ ਵੇਖੋਗੇ ਕਿ ਤੁਸੀਂ ਫਰੂਟਫੁਲ ਹੋਵੋਗੇ। ਤੁਹਾਡੀ ਲਾਈਫ ਦੀ ਸ਼ੁਰੂਆਤ ਚਾਹੇ ਕਿਹੋ ਜਿਹੀ ਵੀ ਕਿਉਂ ਨਾ ਹੋਵੇ, ਪਰ ਉਸ ਦਾ ਐਂਡ ਬਹੁਤ ਹੀ ਵਧੀਆ ਹੋਵੇਗਾ। ਉਸ ਦਾ ਐਂਡ ਬਹੁਤ ਹੀ ਬੈਟਰ ਹੋਵੇਗਾ। ਬਾਈਬਲ ਸਾਨੂੰ ਇਹ ਵੀ ਦੱਸਦੀ ਹੈ ਕਿ ਕਿਸੇ ਵੀ ਚੀਜ਼ ਦਾ ਪਿਛੋਕੜ ਪਛਾਣ ਕੇ ਉਹਦਾ ਪਿੱਛਾ ਕਰਨਾ ਚਾਹੀਦਾ ਹੈ। ਜਦੋਂ ਅਸੀਂ ਕਿਸੇ ਚੀਜ਼ ਦਾ ਅੰਤ ਵੇਖਦੇ ਹਾਂ, ਉਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਸਾਨੂੰ ਇਸ ਚੀਜ਼ ਨੂੰ ਫਾਲੋ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਕਿਉਂਕਿ ਪਰਮੇਸ਼ਰ ਜੋ ਦਇਆ ਦਾ ਧਨੀ ਹੈ, ਜੋ ਮਹਾਨ ਪਰਮੇਸ਼ਰ ਹੈ, ਉਹ ਤੁਹਾਨੂੰ ਆਸ਼ੀਸ਼ਾਂ ਦੇਣਾ ਜਾਣਦਾ ਹੈ।
ਉਹਨੂੰ ਪਤਾ ਹੈ ਕਿ ਤੁਹਾਨੂੰ ਕਿਹੜੇ ਸਮੇਂ ਤੇ ਕਿਸ ਚੀਜ਼ ਦੀ ਜ਼ਰੂਰਤ ਹੈ। ਤੁਹਾਨੂੰ ਪਤਾ ਹੋਏਗਾ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਕਿ ਤੁਹਾਡਾ ਪਿਤਾ ਜਾਣਦਾ ਹੈ ਕਿ ਤੁਹਾਨੂੰ ਕਿਹਨਾਂ ਵਸਤਾਂ ਦੀ ਲੋੜ ਹੈ। ਪਹਿਲਾਂ ਪਰਮੇਸ਼ਵਰ ਦੇ ਰਾਜ ਤੇ ਉਹਦੇ ਧਰਮ ਨੂੰ ਭਾਲੋ ਤਾਂ ਸੰਸਾਰ ਦੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਦੇ ਦਿੱਤੀਆਂ ਜਾਣਗੀਆਂ। ਇਹਦਾ ਮਤਲਬ ਜਾਣਦੇ ਹੋ, ਤੁਸੀਂ ਆਪਣੀ ਜ਼ਿੰਦਗੀ ਦੇ ਹਰ ਖੇਤਰ ਵਿੱਚ ਕੀ ਹੋਵੋਗੇ? ਆਸ਼ੀਸ਼ਿਤ ਹੋਵੋਗੇ। ਜ਼ਿੰਦਗੀ ਦੇ ਹਰ ਖੇਤਰ ਵਿੱਚ ਤੁਸੀਂ ਬਰਕਤਦਾਇਕ ਹੋਵੋਗੇ। ਤੁਹਾਡੇ ਉੱਤੇ ਪਰਮੇਸ਼ਵਰ ਦੀ ਬਲੇਸਿੰਗ ਹੋਏਗੀ। ਔਰ ਮੈਂ ਦੱਸਣਾ ਚਾਹੁੰਦਾ ਉਸੇ ਆਇਤ ਨੂੰ ਇੱਕ ਵਾਰ ਫੇਰ ਬਿਆਨ ਕਰਨਾ ਚਾਹੁੰਦਾ। ਤੁਹਾਨੂੰ ਪਤਾ ਹੈ ਕਿ ਜਦੋਂ ਅਸੀਂ ਹੁਣੇ ਪਰਮੇਸ਼ਵਰ ਦੇ ਵਚਨ ਦੀ ਸ਼ੁਰੂਆਤ ਦੇ ਵਿੱਚ ਪੜ੍ਹਿਆ ਹੈ, ਜਦੋਂ ਇਬਰਾਹਿਮ ਬਜ਼ੁਰਗ ਹੋ ਗਿਆ ਤਾਂ ਬਾਈਬਲ 'ਚ ਲਿਖਿਆ ਕਿ ਉਹ ਬਜ਼ੁਰਗ ਹੋ ਗਿਆ, ਪਰਮੇਸ਼ਵਰ ਨੇ ਉਸ ਨੂੰ ਸਾਰੀਆਂ ਚੀਜ਼ਾਂ ਵਿੱਚ ਕੀ ਦਿੱਤੀ? ਬਰਕਤ ਦਿੱਤੀ। ਹੁਣ ਮੈਂ ਤੁਹਾਨੂੰ ਇਹ ਨਹੀਂ ਕਹਿਣਾ ਚਾਹੁੰਦਾ ਕਿ ਜਦ ਤੁਹਾਡੇ ਦੰਦ ਟੁੱਟ ਜਾਣਗੇ, ਤੁਸੀਂ ਬਜ਼ੁਰਗ ਹੋ ਜਾਓਗੇ, ਤੁਹਾਡੇ ਵਾਲ ਪੱਕ ਜਾਣਗੇ, ਤੁਹਾਡੀ ਚਮੜੀ ਢਿੱਲੀ ਪੈ ਜਾਏਗੀ, ਫਿਰ ਤੁਸੀਂ ਬਜ਼ੁਰਗ ਹੋਵੋਗੇ। ਨੋ, ਕਈ ਲੋਕ ਉਦੋਂ ਵੀ ਬਜ਼ੁਰਗ ਨਹੀਂ ਹੁੰਦੇ। ਬਜ਼ੁਰਗ ਦਾ ਮਤਲਬ ਕੀ ਹੁੰਦਾ ਹੈ? ਮੇਰੇ ਪਿਆਰੇ ਭੈਣੋ ਭਰਾਵੋ, ਸਮਝਦਾਰ ਵਿਅਕਤੀ ਨੂੰ ਅਸੀਂ ਜਾਣਦੇ ਹਾਂ ਕਿ ਜਿਹੜਾ ਵਿਅਕਤੀ ਮੈਚੁਰ ਹੋ ਜਾਂਦਾ ਹੈ, ਜਿਹੜਾ ਵਿਅਕਤੀ ਸਿਆਣਾ ਹੋ ਜਾਂਦਾ ਹੈ, ਜਿਹੜਾ ਵਿਅਕਤੀ ਪਰਮੇਸ਼ਵਰ ਦੇ ਵਿੱਚ ਵੱਧਦਾ ਹੈ, ਉਹ ਵਿਅਕਤੀ ਫਲਦਾਇਕ ਹੁੰਦਾ ਹੈ। ਹਾਲੇਲੂਇਆ। ਭਾਵੇਂ ਤੁਸੀਂ ਕਿਸੇ ਵੀ ਉਮਰ ਦੇ ਕਿਉਂ ਨਾ ਹੋਵੋ, ਜਦ ਤੁਸੀਂ ਪਰਮੇਸ਼ਵਰ ਨਾਲ ਪ੍ਰੇਮ ਕਰੋਗੇ, ਉਹਦੇ ਵਚਨ 'ਚ ਵਧੋਗੇ, ਤਾਂ ਪਰਮੇਸ਼ਵਰ ਤੁਹਾਨੂੰ ਇਬਰਾਹਿਮ ਦੇ ਨਾਲ ਉਹਨਾਂ ਆਸ਼ੀਸ਼ਾਂ ਦਾ ਕੀ ਕਰਾ ਦਿੰਦਾ ਹੈ? ਭਾਗੀਦਾਰ ਬਣਾ ਦਿੰਦਾ ਹੈ, ਤੁਹਾਨੂੰ ਉਹਦਾ ਸਾਂਝੀ ਬਣਾ ਦਿੰਦਾ ਹੈ। ਮਸੀਹ ਵਿੱਚ ਅਸੀਂ ਵੇਖਿਆ ਹੈ ਕਿ ਪਰਮੇਸ਼ਵਰ ਨੇ ਸਾਨੂੰ ਮਸੀਹ ਨਾਲ ਸਾਂਝੇ ਅਧਿਕਾਰੀ ਬਣਾ ਦਿੱਤਾ। ਕਿਵੇਂ ਬਣਾ ਦਿੱਤਾ? ਕਿਉਂਕਿ ਅਸੀਂ ਹੁਣ ਪਰਮੇਸ਼ਵਰ ਨੂੰ ਪ੍ਰੇਮ ਕਰਦੇ ਹਾਂ, ਉਹਦੇ ਵਚਨ ਨੂੰ ਪ੍ਰੇਮ ਕਰਦੇ ਹਾਂ, ਉਹਦੀਆਂ ਆਗਿਆਵਾਂ ਦੇ ਵਿੱਚ ਚੱਲਦੇ ਹਾਂ, ਔਰ ਉਹਦੀਆਂ ਆਗਿਆਵਾਂ ਕਠਿਨ ਨਹੀਂ ਹਨ। ਉਹਦੇ ਵਚਨ ਔਖੇ ਨਹੀਂ ਹਨ, ਉਹਦੀਆਂ ਆਗਿਆਵਾਂ ਔਖੀਆਂ ਨਹੀਂ ਹਨ। ਅਗਰ ਤੁਸੀਂ ਆਸ਼ੀਸ਼ ਪਾਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਫਿਰ ਤੋਂ ਕਹਿਣਾ ਚਾਹਨਾ, ਅੱਜ ਤੋਂ ਹੀ ਤੁਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਸਹੀ ਤਰੀਕੇ ਨਾਲ ਸਹੀ ਤਾਲੀਮ ਨੂੰ ਗ੍ਰਹਿਣ ਕਰੋ ਔਰ ਉਸ ਤੇ ਚੱਲਣਾ ਸ਼ੁਰੂ ਕਰੋ, ਔਰ ਤੁਸੀਂ ਵੇਖੋਗੇ ਕਿ ਤੁਸੀਂ ਡੇ ਬਾਈ ਡੇ ਆਸ਼ੀਸ਼ਿਤ ਹੁੰਦੇ ਜਾਓਗੇ। ਮੈਂ ਇੱਕ ਆਇਤ ਹੋਰ ਪੜ੍ਹਨਾ ਚਾਹਾਂਗਾ, ਮੇਰੇ ਨਾਲ ਆਈਏ। ਜ਼ਬੂਰ ਉਸਦਾ 1 ਸਾਰਿਆਂ ਨੇ ਪੜ੍ਹਿਆ ਹੋਏਗਾ। ਫਸਟ ਜ਼ਬੂਰ ਉਸਦਾ 3 ਆਇਤ, ਪਲੀਜ਼ ਰੀਡ ਇਟ। ਉਹ ਤਾਂ ਉਸ ਬ੍ਰਿਸ਼ ਵਰਗਾ ਹੋਵੇਗਾ। ਜਿਹੜਾ ਧਰਮੀ ਵਿਅਕਤੀ ਹੈ, ਤੁਹਾਨੂੰ ਪਤਾ ਹੈ ਕਿ ਇਬਰਾਹਿਮ ਨੇ ਨਿਹਚਾ ਕੀਤੀ ਔਰ ਇਬਰਾਹਿਮ ਧਰਮੀ ਬਣ ਗਿਆ। ਔਰ ਧਰਮੀ ਬੰਦੇ ਜਿਹੜੇ ਨੇ ਉਹ ਕਿਹੋ ਜਿਹੇ ਹੁੰਦੇ ਨੇ? ਕਹਿੰਦਾ ਕਿ ਹਾਂਜੀ ਉਹ ਤਾਂ ਉਸ ਬ੍ਰਿਸ਼ ਵਰਗਾ ਹੋਵੇਗਾ, ਉਸ ਬ੍ਰਿਸ਼ ਵਰਗਾ ਹੋਵੇਗਾ ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ। ਧਿਆਨ ਦਿਓ, ਤੁਹਾਨੂੰ ਮੈਂ ਦੱਸਿਆ ਕਿ ਇਹ ਇੱਕ ਪ੍ਰਤੀਕਿਰਿਆ ਹੈ, ਲਾਈਕ ਏ ਟਰੀ, ਇੱਕ ਦਰਖਤ ਦੀ ਤਰ੍ਹਾਂ। ਹਾਲੇਲੂਇਆ। ਤੁਸੀਂ ਜ਼ਬੂਰ 1 ਪੜ੍ਹਿਆ ਹੈ ਜਿੱਥੇ ਪਰਮੇਸ਼ਰ ਦਾ ਵਚਨ ਧਰਮੀ ਨੂੰ ਇੱਕ ਦਰਖਤ ਦੀ ਤਰ੍ਹਾਂ ਦੱਸਦਾ ਹੈ, ਇੱਕ ਟਰੀ ਦੀ ਤਰ੍ਹਾਂ ਦੱਸਦਾ ਹੈ। ਟਰੀ ਕਿਸ ਤਰ੍ਹਾਂ ਦਾ ਟਰੀ? ਜਿਹਦੀਆਂ ਜੜ੍ਹਾਂ ਕਾਹਦੇ ਨਾਲ ਜੁੜੀਆਂ ਹੋਈਆਂ ਨੇ? ਪਾਣੀਆਂ ਦੇ ਨਾਲ ਜੁੜੀਆਂ ਹੋਈਆਂ ਨੇ। ਧਿਆਨ ਦਿਓ ਮੇਰੀ ਗੱਲ ਨੂੰ, ਪਰਮੇਸ਼ਰ ਦੇ ਵਚਨ ਤੇ ਗੌਰ ਕਰੋ। ਇੱਕ ਵਾਰ ਫਿਰ ਇਸ ਆਇਤ ਨੂੰ ਪੜੋ ਔਰ ਦੇਖੋ। ਉਹ ਤਾਂ ਉਸ ਬ੍ਰਿਸ਼ ਵਰਗਾ ਹੋਵੇਗਾ, ਉਹ ਤਾਂ ਉਸ ਦਰਖਤ ਵਰਗਾ ਹੋਵੇਗਾ ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁੱਤ ਸਿਰ ਫਲ ਦਿੰਦਾ ਹੈ, ਰੁੱਤ ਸਿਰ ਫਲ ਦਿੰਦਾ ਹੈ, ਜਿਹਦੇ ਪੱਤੇ ਨਹੀਂ ਕੁਮਲਾਉਂਦੇ, ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁਝ ਉਹ ਕਰੇ ਸੋ ਸਫਲ ਹੁੰਦਾ ਹੈ। ਜੋ ਕੁਝ ਉਹ ਕਰੇ ਸੋ ਸਫਲ ਹੁੰਦਾ ਹੈ। ਆਮੀਨ ਬੋਲੀਏ। ਹਾਲੇਲੂਇਆ। ਇਹ ਵਚਨ ਤੁਹਾਡੇ ਲਈ ਹੈ ਮੇਰੇ ਪਿਆਰੇ ਭੈਣੋ ਭਰਾਵੋ। ਮੈਂ ਇੱਕ ਵਾਰ ਫੇਰ ਕਹਿਣਾ ਚਾਹਨਾ ਕਿ ਧਰਮੀ ਬੰਦਾ ਉਸ ਦਰਖਤ ਦੀ ਮਾਨੰਦ ਹੈ, ਉਸ ਦਰਖਤ ਦੀ ਤਰ੍ਹਾਂ ਹੈ ਜਿਹੜਾ ਨਦੀਆਂ ਦੇ ਕੰਢੇ ਤੇ ਲੱਗਿਆ ਹੋਇਆ ਹੈ। ਤੁਹਾਨੂੰ ਪਤਾ ਹੈ ਯਿਸੂ ਮਸੀਹ ਹੀ ਜੀਵਨ ਦਾ ਜਲ ਹੈ। ਯਿਸੂ ਮਸੀਹ ਹੀ ਉਹ ਜੀਵਨ ਦਾ ਜਲ ਹੈ ਜਿਹੜਾ ਉਸ ਨਾਲ ਜੁੜਿਆ ਹੋਇਆ ਹੈ। ਉਹ ਹੋ ਨਹੀਂ ਸਕਦਾ ਕਿ ਫਰੂਟਫੁਲ ਨਾ ਹੋਵੇ। ਇਹ ਹੋ ਨਹੀਂ ਸਕਦਾ ਕਿ ਉਹਦੇ ਪੱਤੇ ਕੁਮਲਾ ਜਾਣ। ਕਿੰਨੇ ਮੈਨੂੰ ਸਮਝ ਰਹੇ ਨੇ? ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਕਿ ਜਿਹੜੇ ਲੋਕ ਪਰਮੇਸ਼ਰ ਨਾਲ ਜੁੜੇ ਹੋਏ ਨੇ, ਜਿਹੜੇ ਜੀਵਨ ਦੇ ਸੋਤੇ ਦੇ ਨਾਲ ਜੁੜੇ ਹੋਏ ਨੇ। ਜੀਵਨ ਦਾ ਸੋਤਾ ਯਿਸੂ ਮਸੀਹ ਹੈ, ਜੀਵਨ ਦਾ ਜਲ ਯਿਸੂ ਮਸੀਹ ਹੈ। ਅਗਰ ਤੁਹਾਡਾ ਰਿਲੇਸ਼ਨ ਉਹਦੇ ਨਾਲ ਹੈ, ਅਗਰ ਤੁਹਾਡੀਆਂ ਜੜ੍ਹਾਂ ਉਹਦੇ ਨਾਲ ਜੁੜੀਆਂ ਹੋਈਆਂ ਨੇ, ਜਿਹੜਾ ਜੀਵਨ ਦਾ ਜਲ ਹੈ, ਤਾਂ ਬਾਈਬਲ ਦੱਸਦੀ ਹੈ ਕਿ ਤੁਸੀਂ ਆਸ਼ੀਸ਼ਿਤ ਹੋਵੋਗੇ, ਨਹੀਂ ਬਲਕਿ ਹੋ ਚੁੱਕੇ ਹੋ। ਹਾਲੇਲੂਇਆ। ਔਰ ਤੁਸੀਂ ਆਸ਼ੀਸ਼ਿਤ ਹੋ ਚੁੱਕੇ ਹੋ। ਤੁਸੀਂ ਕਹੋਗੇ ਪਾਸਟਰ ਜੀ ਹਜੇ ਆਸ਼ੀਸ਼ ਦਿਖਾਈ ਨਹੀਂ ਦਿੰਦੀ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਅਗਰ ਤੁਹਾਡੀਆਂ ਜੜ੍ਹਾਂ ਉਸ ਨਾਲ ਜੁੜ ਗਈਆਂ ਨੇ ਤਾਂ ਫਿਰ ਤੁਸੀਂ ਚਿੰਤਾ ਨਾ ਕਰੋ, ਕਿਉਂਕਿ ਰੁੱਤ ਸਿਰ ਫਲ ਦਿਓਗੇ। ਬਾਈਬਲ ਦੱਸਦੀ ਹੈ ਕਿ ਉਹ ਵਿਅਕਤੀ ਉਸ ਦਰਖਤ ਦੀ ਤਰ੍ਹਾਂ ਰੁੱਤ ਸਿਰ ਫਲ ਦਾ ਮਤਲਬ ਜਾਣਦੇ ਹੋ ਸੀਜ਼ਨ।
ਹੁਣ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਹਰ ਇੱਕ ਦਰਖਤ ਦਾ ਇੱਕ ਸੀਜ਼ਨ ਹੁੰਦਾ ਹੈ, ਹਰ ਇੱਕ ਪੇੜ ਆਪਣੇ ਸੀਜ਼ਨ ਤੇ ਫਲ ਦਿੰਦਾ ਹੈ। ਔਰ ਅਗਰ ਤੁਸੀਂ ਪਰਮੇਸ਼ਰ ਵਿੱਚ ਵਿਸ਼ਵਾਸੀ ਹੋ, ਮਸੀਹ ਵਿੱਚ ਹੋ, ਔਰ ਅਗਰ ਮਸੀਹ ਵਿੱਚ ਤੁਸੀਂ ਵਿਸ਼ਵਾਸੀ ਹੋ, ਔਰ ਤੁਹਾਡੇ ਜੀਵਨ 'ਚ ਵੀ ਫਰੂਟ ਆਏਗਾ। ਔਰ ਇਹ ਫਰੂਟ ਕਦੋਂ ਆਏਗਾ? ਜਦੋਂ ਤੁਹਾਡਾ ਟਾਈਮ ਆਏਗਾ। ਹਾਲੇਲੂਇਆ। ਪਰਮੇਸ਼ਵਰ ਤੁਹਾਡੇ ਤੇ ਉਹ ਟਾਈਮ ਲੈ ਕੇ ਆ ਰਿਹਾ ਹੈ ਜਦ ਤੁਸੀਂ ਦੂਜਿਆਂ ਲਈ ਵੀ ਬਰਕਤ ਦਾ ਕਾਰਨ ਬਣ ਜਾਓਗੇ। ਹਾਲੇਲੂਇਆ। ਇਸ ਲਈ ਪ੍ਰਭੂ ਯੀਸ਼ੂ ਨੇ ਕਿਹਾ ਸੀ ਕਿ ਜੇ ਮੇਰੇ ਚੋਂ ਪੀਓਗੇ ਤਾਂ ਤੁਹਾਡੇ ਅੰਦਰੋਂ ਅੰਮ੍ਰਿਤ ਜਲ ਦੇ ਸੋਤੇ ਬਣ ਕੇ ਬਹਿ ਫੁੱਟੇਗਾ, ਔਰ ਫਿਰ ਤੁਸੀਂ ਦੂਜਿਆਂ ਲਈ ਵੀ ਬਰਕਤ ਦਾ ਕਾਰਨ ਬਣੋਗੇ। ਮੈਂ ਜਲਦੀ ਇੱਕ ਦੋ ਆਇਤਾਂ ਪੜ੍ਹਨਾ ਚਾਹਨਾ। 3 ਜੌਨ ਦੀ ਜਿਹੜੀ ਪੱਤਰੀ ਹੈ, ਉਸ ਦੀ 3 ਪੱਤਰੀ, ਯੂਹੰਨਾ ਦੀ 3 ਪੱਤਰੀ, ਔਰ ਉਸ ਦਾ 1 ਅਧਿਆਇ ਤੇ ਉਸ ਦੀ 2 ਆਇਤ ਨੂੰ ਪੜਾਂਗੇ ਪਲੀਜ਼। ਪਿਆਰਿਆ, ਮੈਂ ਇਹ ਪ੍ਰਾਰਥਨਾ ਕਰਦਾ ਹਾਂ ਭਾਈ, ਜਿਵੇਂ ਤੇਰੀ ਜਾਨ ਸੁਖ ਸਾਂਦ ਨਾਲ ਹੈ, ਤਿਵੇਂ ਤੂੰ ਸਭਨੀ ਗੱਲੀ ਸੁਖ ਸਾਂਦ ਨਾਲ ਅਤੇ ਨਰੋਇਆ ਰਹੇ। ਤੂੰ ਸਾਰੀ ਗੱਲਾਂ ਵਿੱਚ ਕੀ ਰਵੇਂ? ਸੁਖ ਸਾਂਦ ਦੇ ਨਾਲ ਰਵੇਂ ਅਤੇ ਕੀ ਰਵੇਂ? ਨਰੋਇਆ ਰਵੇਂ। ਹਾਲੇਲੂਇਆ। ਤੇਰੀ ਜਾਨ ਸਾਰੀਆਂ ਗੱਲਾਂ ਵਿੱਚ ਸੁਖ ਸਾਂਦ ਨਾਲ ਤੇ ਨਰੋਇਆ ਰਹੇ ਦਾ ਮਤਲਬ ਹਰ ਖੇਤਰ ਵਿੱਚ ਤੁਸੀਂ ਆਸ਼ੀਸ਼ਿਤ ਹੋਵੋਗੇ। ਹਾਲੇਲੂਇਆ। ਤੁਹਾਡੀ ਜਿਹੜੀ ਹੀਲਿੰਗ ਹੈ ਉਹ ਵੀ ਤੁਹਾਡੀ ਇੱਕ ਬਲੇਸਿੰਗ ਹੈ, ਔਰ ਇਹ ਬਲੇਸਿੰਗ ਤੁਹਾਨੂੰ ਆਲਰੇਡੀ ਮਸੀਹ ਵਿੱਚ ਪ੍ਰਾਪਤ ਹੈ। ਹਾਲੇਲੂਇਆ। ਔਰ ਅਸੀਂ ਉਤਪਤੀ ਕਿਤਾਬ ਦੇ ਵਿੱਚ ਜਦੋਂ ਅਸੀਂ 12 ਅਧਿਆਇ ਵਿੱਚ ਪੜ੍ਹਦੇ ਹਾਂ, ਉਹਦੀ 2 ਅਤੇ 3 ਆਇਤ ਨੂੰ ਵੇਖਦੇ ਹਾਂ। ਉਤਪਤੀ ਕਿਤਾਬ ਉਸ ਦਾ 12 ਅਧਿਆਇ ਤੇ ਉਹਦੀ 2 ਅਤੇ 3 ਆਇਤ। ਹਾਂਜੀ। ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ। ਪਰਮੇਸ਼ਰ ਨੇ ਇਬਰਾਹਿਮ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ, ਔਰ ਮੈਂ ਤੈਨੂੰ ਆਸੀਸ ਦਿਆਂਗਾ, ਤੈਨੂੰ ਆਸ਼ੀਸ਼ ਦਿਆਂਗਾ, ਔਰ ਤੇਰਾ ਨਾਮ ਵੱਡਾ ਕਰਾਂਗਾ, ਤੇਰਾ ਨਾਮ ਵੱਡਾ ਕਰਾਂਗਾ, ਔਰ ਤੂੰ ਬਰਕਤ ਦਾ ਕਾਰਨ ਹੋ, ਤੂੰ ਬਰਕਤ ਦਾ ਕਾਰਨ ਬਣ। ਜੋ ਤੈਨੂੰ ਆਸੀਸ ਦਿੰਦੇ ਹਨ ਮੈਂ ਉਹਨਾਂ ਨੂੰ ਆਸੀਸ ਦਿਆਂਗਾ, ਮੈਂ ਉਹਨਾਂ ਨੂੰ ਆਸੀਸ ਦਿਆਂਗਾ, ਅਤੇ ਜੋ ਤੈਨੂੰ ਤੁਛ ਜਾਣਦਾ ਹੈ, ਜਿਹੜਾ ਤੈਨੂੰ ਤੁਛ ਜਾਣਦਾ ਹੈ, ਮੈਂ ਉਹਨੂੰ ਸ਼ਰਾਪ ਦਿਆਂਗਾ, ਉਹ ਸ਼ਰਾਪਿਤ ਹੋਵੇਗਾ। ਅਤੇ ਤੇਰੇ ਕਾਰਨ ਸ੍ਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ। ਤੇਰੇ ਕਾਰਨ ਧਰਤੀ ਦੇ ਸਾਰੇ ਘਰਾਣੇ ਕੀ ਹੋਣਗੇ? ਮੁਬਾਰਕ ਹੋਣਗੇ। ਤੁਸੀਂ ਜਾਣਦੇ ਹੋ ਕਿ ਇਹ ਬਲੇਸਿੰਗ ਇਬਰਾਹਿਮ ਨੂੰ ਪ੍ਰਾਪਤ ਸੀ, ਔਰ ਅਗਰ ਤੁਸੀਂ ਮਸੀਹ ਵਿੱਚ ਹੋ ਤਾਂ ਬਾਈਬਲ ਦੱਸਦੀ ਤੁਸੀਂ ਵਾਅਦੇ ਦੀ ਸੰਤਾਨ ਹੋ, ਔਰ ਤੁਸੀਂ ਇਬਰਾਹਿਮ ਦੀ ਸੰਤਾਨ ਹੋ। ਔਰ ਪਰਮੇਸ਼ਵਰ ਨੇ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਉਸ ਦੇ ਕਾਰਨ ਆਸ਼ੀਸ਼ਿਤ ਕੀਤਾ। ਬੇਸ਼ੱਕ ਅਸੀਂ ਕਿਸੇ ਵੀ ਕੌਮ ਚੋਂ, ਕਿਸੇ ਵੀ ਮਜ਼ਹਬ ਚੋਂ ਕਿਉਂ ਨਾ ਹੋਈਏ। ਅੱਜ ਧਰਮਾਂ ਦਾ ਬੜਾ ਰੌਲਾ ਪੈ ਰਿਹਾ ਹੈ। ਕੋਈ ਕਹਿੰਦਾ ਆਹ ਧਰਮ, ਆਹ ਧਰਮ। ਕਈ ਲੋਕ ਸਾਡੇ ਬਾਰੇ, ਤੁਹਾਡੇ ਬਾਰੇ ਵੀ ਸੋਚਦੇ ਹੋਣਗੇ ਕਿ ਇਹ ਇਸ ਧਰਮ ਨੂੰ ਬਿਲੋਂਗ ਕਰਦੇ ਨੇ। ਮੇਰੇ ਅਜ਼ੀਜ਼ੋ, ਪਰਮੇਸ਼ਰ ਕਿਸੇ ਦਾ ਧਰਮ ਨਹੀਂ ਬਦਲਦਾ। ਇਹ ਕੋਈ ਧਰਮ, ਕੋਈ ਕੱਪੜੇ ਨਹੀਂ ਜੋ ਕਿਸੇ ਦੇ ਬਦਲ ਦਿੱਤੇ ਜਾਣ। ਧਰਮਾਂ ਦੀ ਗੱਲ ਬਿਲਕੁਲ ਨਹੀਂ ਹੈ। ਕੋਈ ਕਿਸੇ ਵੀ ਧਰਮ ਦਾ, ਕਿਸੇ ਵੀ ਮਜ਼ਹਬ ਦਾ, ਕਿਸੇ ਵੀ ਜਾਤ ਦਾ ਹੋਵੇ, ਪਰ ਜਿਹੜਾ ਵਿਅਕਤੀ ਪ੍ਰਭੂ ਯੀਸ਼ੂ ਤੇ ਵਿਸ਼ਵਾਸ ਲਿਆਉਂਦਾ ਹੈ, ਬਾਈਬਲ ਦੱਸਦੀ ਹੈ ਕਿ ਬਰਕਤ ਪਾਏਗਾ, ਉਹ ਜ਼ਰੂਰ ਪਾਏਗਾ। ਉਸ ਦੀ ਬਰਕਤ ਨੂੰ ਕੋਈ ਨਹੀਂ ਰੋਕ ਸਕਦਾ। ਹਾਲੇਲੂਇਆ। ਪ੍ਰਭੂ ਦੀ ਮਹਿਮਾ ਹੋਵੇ, ਕਿਉਂਕਿ ਪਰਮੇਸ਼ਵਰ ਬਰਕਤਾਂ ਦੇਣ ਵਾਲਾ ਪਰਮੇਸ਼ਵਰ ਹੈ। ਉਹ ਆਸ਼ੀਸ਼ਾਂ ਦੇਣ ਵਾਲਾ ਪਰਮੇਸ਼ਵਰ ਹੈ। ਉਹ ਪਰਮੇਸ਼ਵਰ ਤੁਹਾਨੂੰ ਬਰਕਤ ਦੇਣਾ ਚਾਹੁੰਦਾ ਹੈ, ਪਰ ਸ਼ੈਤਾਨ ਨਹੀਂ ਚਾਹੁੰਦਾ ਕਿ ਤੁਸੀਂ ਬਰਕਤ ਪਾਓ। ਪਰਮੇਸ਼ਵਰ ਤੁਹਾਨੂੰ ਬਰਕਤ ਦੇਣਾ ਚਾਹੁੰਦਾ ਹੈ। ਜਿਨ੍ਹਾਂ ਨੇ ਅਜੇ ਤੱਕ ਬਰਕਤ ਨਹੀਂ ਪਾਈ, ਤੁਸੀਂ ਇਸ ਵਚਨ ਤੇ ਵਿਸ਼ਵਾਸ ਕਰੋ। ਆਲਰੇਡੀ ਜਿਹੜੇ ਮਸੀਹ ਤੇ ਵਿਸ਼ਵਾਸ ਕਰ ਚੁੱਕੇ ਨੇ, ਉਹਨਾਂ ਵਾਸਤੇ ਕਹਿਣਾ ਚਾਹਨਾ ਕਿ ਤੁਸੀਂ ਪਹਿਲਾਂ ਹੀ ਬਲੈਸਡ ਹੋ ਚੁੱਕੇ ਹੋ। ਔਰ ਅਗਰ ਤੁਸੀਂ ਲਗਾਤਾਰ ਪਰਮੇਸ਼ਰ ਦੇ ਵਚਨ 'ਚ ਬਣੇ ਰਹੋਗੇ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਪ੍ਰਭੂ ਦੇ ਵਚਨ ਦੇ ਅਨੁਸਾਰ ਕਿ ਤੁਸੀਂ ਆਪਣੇ ਟਾਈਮ ਤੇ ਆਪਣੀ ਜ਼ਿੰਦਗੀ ਵਿੱਚ ਬਰਕਤ ਨੂੰ ਵੇਖੋਗੇ। ਬਰਕਤਾਂ ਤੁਹਾਡੇ ਜੀਵਨ ਦੇ ਵਿੱਚ ਆਉਣਗੀਆਂ ਤੁਹਾਨੂੰ ਢੂੰਡਦੇ ਹੋਏ। ਤੁਹਾਨੂੰ ਬਰਕਤਾਂ ਢੂੰਡਣ ਲਈ ਕਿਤੇ ਵੀ ਜਾਣਾ ਨਹੀਂ ਪਵੇਗਾ। ਬਰਕਤਾਂ ਤੁਹਾਡੇ ਪਿੱਛੇ ਪੈ ਕੇ ਮਿਲਣਗੀਆਂ। ਆਓ ਅਸੀਂ ਪ੍ਰਾਰਥਨਾ ਕਰੀਏ ਔਰ ਪਰਮੇਸ਼ਰ ਦਾ ਧੰਨਵਾਦ ਕਰੀਏ। ਆਪਣੀ ਅੱਖਾਂ ਨੂੰ ਬੰਦ ਕਰੀਏ ਔਰ ਸਿਰਾਂ ਝੁਕਾ ਕੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰੀਏ। ਪਿਆਰੇ ਪਰਮੇਸ਼ਰ ਪਿਤਾ, ਮੈਂ ਤੇਰਾ ਧੰਨਵਾਦ ਕਰਦਾ, ਤੇਰਾ ਆਦਰ ਕਰਦਾ ਤੇਰੀਆਂ ਇਹਨਾਂ ਸੁੰਦਰ ਆਸ਼ੀਸ਼ਾਂ ਦੇ ਲਈ ਜੋ ਤੂੰ ਸਾਡੀ ਜ਼ਿੰਦਗੀ ਦੇ ਵਿੱਚ ਦਿੱਤੀਆਂ ਨੇ। ਪਿਆਰੇ ਪਿਤਾ ਪਰਮੇਸ਼ਰ, ਮੈਂ ਧੰਨਵਾਦ ਕਰਦਾ। ਪਿਆਰੇ ਪ੍ਰਭੂ ਜੀ, ਮੈਂ ਉਹਨਾਂ ਲਈ ਵੀ ਪ੍ਰਾਰਥਨਾ ਕਰਦਾ ਜਿਹੜੇ ਅੱਜ ਇਸ ਜਗ੍ਹਾ, ਪਿਆਰੇ ਪ੍ਰਭੂ ਜੀ, ਸਾਡੇ ਇਰਦ ਗਿਰਦ ਜੋ ਸੁਣ ਰਹੇ ਨੇ ਔਰ ਜੋ ਦੇਖ ਰਹੇ ਨੇ। ਪਿਆਰੇ ਪ੍ਰਭੂ ਜੀ, ਯੀਸ਼ੂ ਮਸੀਹ ਦੇ ਨਾਮ ਵਿੱਚ ਇਹਨਾਂ ਨੂੰ ਤੁਸੀਂ ਛੂਹ ਲਓ। ਪਿਆਰੇ ਪ੍ਰਭੂ ਪਿਤਾ ਪਰਮੇਸ਼ਰ, ਇਹਨਾਂ ਦੀਆਂ ਜ਼ਿੰਦਗੀਆਂ ਅੱਜ ਮਹਾਨ ਪ੍ਰਭੂ ਪਹਿਲਾਂ ਵਰਗੀਆਂ ਨਾ ਰਹਿਣ। ਮੈਂ ਧੰਨਵਾਦ ਕਰਦਾ ਕਿ ਤੁਸੀਂ
ਮਹਾਨ ਪਿਤਾ ਪਰਮੇਸ਼ਰ ਸਾਨੂੰ ਇੱਥੇ ਲਿਆਂਦਾ ਤਾਂ ਕਿ ਮਹਾਨ ਪ੍ਰਭੂ ਅਸੀਂ ਇਹਨਾਂ ਲਈ ਤੁਹਾਡੀ ਇਸ ਆਸ਼ੀਸ਼ ਨੂੰ ਬੋਲ ਸਕੀਏ। ਔਰ ਪਿਆਰੇ ਪ੍ਰਭੂ ਤੁਹਾਡੀ ਸ਼ਾਂਤੀ ਔਰ ਤੁਹਾਡਾ ਆਨੰਦ ਔਰ ਪਿਆਰੇ ਪ੍ਰਭੂ ਜੀ ਤੁਹਾਡੀ ਭਰਪੂਰੀ ਔਰ ਤੁਹਾਡੀ ਈਸ਼ਵਰੀਆ ਚੰਗਾਈ ਔਰ ਪਿਆਰੇ ਪ੍ਰਭੂ ਜੋ ਕੁਝ ਵੀ ਤੁਸੀਂ ਮਹਾਨ ਪ੍ਰਭੂ ਆਪਣੇ ਬੱਚਿਆਂ ਨੂੰ ਆਸ਼ੀਸ਼ ਦੇਣਾ ਚਾਹੁੰਦੇ ਸੀ ਪਿਆਰੇ ਪ੍ਰਭੂ ਉਹ ਤੁਸੀਂ ਅੱਜ ਦੇ ਦਿੱਤੀ ਹੈ। ਮੈਂ ਧੰਨਵਾਦ ਕਰਦਾ ਪਿਆਰੇ ਪ੍ਰਭੂ ਜੀ ਤੁਹਾਡੀਆਂ ਇਹਨਾਂ ਸਾਰੀਆਂ ਆਸ਼ੀਸ਼ਾਂ ਲਈ ਜੋ ਸਾਨੂੰ ਦਿੱਤੀਆਂ ਨੇ। ਮੈਂ ਧੰਨਵਾਦ ਕਰਦਾ ਪਿਆਰੇ ਪ੍ਰਭੂ ਕਿ ਅੱਜ ਕੋਈ ਵੀ ਆਸ਼ੀਸ਼ ਤੋਂ ਵਾਂਝਾ ਨਹੀਂ ਰਹੇਗਾ। ਮੈਂ ਧੰਨਵਾਦ ਕਰਦਾ ਕਿ ਇਹਨਾਂ ਨੂੰ ਭਟਕਣਾ ਨਹੀਂ ਪਏਗਾ ਔਰ ਆਸ਼ੀਸ਼ਾਂ ਇਹਨਾਂ ਦੇ ਦੁਆਰ ਤੇ ਖੜੀਆਂ ਹੋਣਗੀਆਂ। ਮੈਂ ਧੰਨਵਾਦ ਕਰਦਾ ਨਾ ਸਾਰੀਆਂ ਬੇਨਤੀਆਂ ਨੂੰ ਸੁਣਨ ਲਈ ਪਿਆਰੇ ਪਿਤਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ ਆਮੀਨ। ਥੈਂਕ ਯੂ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਮੈਂ ਕਹਿਣਾ ਕਿ ਬਲੈਸ ਕਰੇ ਔਰ ਤੁਸੀਂ ਬਲੈਸਡ ਹੋ ਚੁੱਕੇ ਹੋ। ਪ੍ਰਭੂ ਦਾ ਧੰਨਵਾਦ ਕਿ ਤੁਸੀਂ ਅੱਜ ਦੇ ਵਚਨ ਨੂੰ ਸੁਣਿਆ। ਇਸ ਵਚਨ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਪ੍ਰਭੂ ਦੇ ਨਾਮ ਨੂੰ ਮਹਿਮਾ ਪ੍ਰਗਟ ਕਰੋ। ਸਭ ਨੂੰ ਸ਼ਾਲੋਮ, ਜੈ ਮਸੀਹ ਦੀ, ਪ੍ਰੇਜ਼ ਦ ਲਾਰਡ, ਗॉड ਬlesਸ ਯੂ।